ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਾਈਮ ਏਸ਼ੀਆ ਟੀਵੀ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਦੁਨੀਆ ਭਰ 'ਚ ਇਸੇ ਸਮੇਂ ਤੇ ਦੇਖਦੇ ਹੋ। ਸੋ ਆਪਣੇ ਆਪਣੇ ਦੇਸ਼ ਦੇ ਆਪਣੇ ਆਪਣੇ ਸਮੇਂ ਮੁਤਾਬਕ ਪਰ ਗੱਲ ਇਹ ਆ ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਖਬਰਾਂ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਉਹ ਆਪਾਂ ਦੱਸ ਦਈਏ ਤੇ ਇਸੇ ਲਈ ਆਪਾਂ ਹਰ ਰੋਜ਼ ਆ ਜਾਈਦਾ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੇ ਅੱਜ ਬੜੀ ਟਾਈ ਕਾਲੀ ਲਾਈ ਕੀ ਗੱਲ ਵਕਾਲਤ ਤੇ ਨਹੀਂ ਕਰਨੀ ਇੱਥੇ ਬਾਹਰ ਆ ਕੇ ਹੁਣ? ਨਹੀਂ, ਅੱਜ ਵਾਰੀ ਸੀ ਇਹਦੀ। ਅੱਛਾ, ਵਾਰੀਆਂ ਲਾਈਆਂ? ਨਹੀਂ, ਵਾਰੀਆਂ ਤੁਸੀਂ ਆ ਦੇਖੋ ਬਾਠ ਸਾਹਿਬ, ਇਹ ਆ ਫਰਕ ਕਿੱਥੇ ਪਾਣੀ ਦੀ ਵਾਰੀ ਲਾਉਂਦੇ ਲਾਉਂਦੇ ਟਾਈ ਦੀ ਵਾਰੀ ਤੇ ਆ ਗਈ ਹੈ ਨਾ। ਇਹਨੂੰ ਪਾਣੀ ਦੀ ਵਾਰੀ ਨਹੀਂ ਲਾਉਂਦੇ ਤੁਸੀਂ ਬਹੁਤ ਦੂਰ ਚਲੇ ਗਏ। ਜਦੋਂ ਮੈਂ ਪੜ੍ਹਦਾ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਉਦੋਂ ਸਭ ਤੋਂ ਪਹਿਲਾਂ 10ਵੀਂ ਕੁ ਦਿਨੀ ਸਕੂਲੇ ਝਾੜੂ ਫੇਰਨ ਦੀ ਵਾਰੀ ਆਉਂਦੀ ਸੀ। ਜਿਹਦੀ ਝਾੜੂ ਦੀ ਵਾਰੀ ਹੋਣੀ ਜਾਣੀ ਸਫਾਈ ਕਰਮਚਾਰੀ 4 ਬੱਚਿਆਂ ਦੀ, ਪਹਿਲਾਂ ਸ਼ਾਮ ਨੂੰ ਚਾਬੀਆਂ ਵੀ ਦੂਜਿਆਂ ਤੋਂ ਉਹਨਾਂ ਦੀ ਡਿਊਟੀ ਹੁੰਦੀ, ਜਿੰਦੇ ਲਾ ਕੇ ਤੁਸੀਂ ਲਿਜਾਣੀਆਂ, ਸਵੇਰ ਨੂੰ ਝਾੜੂ ਮਾਰਨਾ ਹੀ ਪਹਿਲਾਂ। ਦੇਖੋ ਬੰਦਾ ਨਾ ਵਾਰੀ ਜੀ ਲੈਂਦਾ ਹੈ ਨਾ। ਹਾਂ, ਮਤਲਬ ਉਹ ਵੀ ਵਾਰੀ ਸੀ। ਹੁਣ ਤਾਂ ਖੈਰ ਕਹਿੰਦੇ ਮਿਲ ਜਾਂਦਾ, ਵਿੱਚੋਂ ਜੇ ਇੱਕ ਦੌਰ ਉਹ ਵੀ ਆਇਆ ਸੀ ਨਾ ਜਦੋਂ ਸਿਲੰਡਰ ਲੈਣ ਦੀ ਵਾਰੀ ਹੁੰਦੀ ਸੀ ਵੀ ਇਸ ਦਿਨ ਮਿਲਣੇ ਆ ਬਈ। ਤੇ ਸਵੇਰੇ ਬੰਦਾ 6 ਵਜੇ ਮਤਲਬ ਬੰਦੇ ਨੇ ਆਪ ਕਿਤੇ ਬੈਠੇ ਹੋਣਾ ਤੇ ਸਿਲੰਡਰਾਂ ਦੀ ਲੈਣ ਲਾਈ ਹੋਣੀ। ਕਹਿੰਦਾ ਵੀ ਇਹ ਕੀ ਕੀਤਾ? ਕਹਿੰਦਾ ਸਿਲੰਡਰ ਵਾਰੀ 'ਚ ਲੱਗਾ। ਸਿਲੰਡਰ ਵਾਰੀ 'ਚ ਲੱਗਾ ਤੇ ਜਦੋਂ ਕਾਲੇ ਕੱਛਿਆਂ ਵਾਲੇ ਆਉਂਦੇ ਉਦੋਂ ਪਹਿਰੇ ਦੀ ਵੀ ਵਾਰੀ ਹੁੰਦੀ ਹੈ। ਹਾਂ, ਕਈ ਮੇਰੇ ਵਰਗੇ ਚੌਂਕੀਦਾਰ ਸਾਹਿਬ ਨੂੰ ਦੇਖ ਕੇ ਅੰਦਰ ਯਾਰ ਅੱਜ ਪਰਚੀ ਫੇ ਆ ਗਈ, ਪਹਿਰੇ ਦੀ ਵਾਰੀ ਆ ਅੱਜ। ਉਹਨਾਂ ਨੂੰ ਕਹਿ ਦੋ ਕੱਲ ਨੂੰ ਕੋਈ ਗੱਲ ਨਹੀਂ, ਅੱਜ ਫਿਲਮ ਆਉਣੀ ਸ਼ੁੱਕਰਵਾਰ ਆ। ਸਹੀ ਗੱਲ ਆ। ਸੋ ਕੁੱਲ ਮਿਲਾ ਕੇ ਇਹ ਵਾਰੀ ਦੇ ਵਿੱਚੋਂ ਇੱਕ ਵਾਰੀ ਟਾਈ ਦੀ ਵੀ ਆਈ ਵਾਰੀ ਹੈ ਨਾ। ਜਿੱਦਾਂ ਸਾਡੇ ਲੀਡਰਾਂ ਦੀ ਵਾਰੀ ਆਉਂਦੀ ਹੈ, ਐਤਕੀ ਤੇਰੀ ਵਾਰੀ 5 ਸਾਲ, ਫਿਰ ਮੇਰੀ ਵਾਰੀ 5 ਸਾਲ, ਉਹ ਕਹਿੰਦਾ ਫੇਰ ਤੇਰੀ ਵਾਰੀ 5 ਸਾਲ, ਉਹ ਕਿ ਐਤਕੀ ਮੇਰੀ ਛੁੱਟੀ ਦੀ ਵਾਰੀ ਆ 5 ਸਾਲ। ਹਾਂ, ਨਹੀਂ ਇਹ ਤੇ ਗੱਲ ਹੈ। ਨਹੀਂ, ਛੁੱਟੀ ਦੀ ਵਾਰੀ ਨਹੀਂ ਹੁੰਦੀ। ਇਹ ਬੇਸਿਕਲੀ ਟੈਕਨੀਕਲ ਘੁੰਡੀ ਇਹ ਹੁੰਦੀ ਹੈ ਵੀ ਦੇਖੋ ਹੁਣ ਮੰਨ ਲਓ ਤੁਸੀਂ ਹੁਣ ਤੁਹਾਡੇ ਸਰੀਰ ਦੇ ਹਿਸਾਬ ਨਾਲ ਜਿੰਨੀਆਂ ਤੁਸੀਂ ਖਾਣੀਆਂ ਉਹ ਤੋਂ 2-4 ਵੱਧ ਲਾ ਕੇ ਰੱਖਤੀਆਂ ਅੱਗੇ ਵੀ ਕੋਈ ਨਹੀਂ ਚੁੱਕੋ ਬਾਠਾ ਕੀ ਫਰਕ ਪੈਂਦਾ। ਹੁਣ ਬੰਦਾ ਲਾਲਚ ਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਅੱਜ ਪਸੰਦ ਦੀ ਸਬਜ਼ੀ ਛਕੀਏ। ਫਿਰ ਉਦੋਂ ਬਾਅਦ ਤੇ ਬੰਦਾ ਕੁਰਸੀ ਤੇ ਟੇਢਾ ਹੋ ਕਹਿੰਦਾ ਨਹੀਂ ਮੈਨੂੰ 10 ਮਿੰਟ ਦਿਓ ਯਾਰ ਹੁਣ, ਹੈ ਨਾ। ਇਹ ਉਹੀ ਕੰਮ ਹੁੰਦਾ ਵੀ ਜਦੋਂ ਹੁਣ 5 ਸਾਲ ਬੰਦੇ ਨੇ ਛਕਣਾ ਫਿਰ 5 ਸਾਲ ਲੱਗਦੇ ਯਾਰ ਹਜਮ ਹੁਜਮ ਕਰਦੇ ਆ ਸੈੱਟ ਕਰਨ ਉਹਨੇ ਜਿਹਨੂੰ ਕਹਿੰਦਾ ਵੀ ਹਾਂ ਹੁਣ ਕਿੱਦਾਂ, ਕਹਿੰਦਾ ਹੁਣ ਮੈਂ ਠੀਕ, ਮੈਨੂੰ ਐਂ ਕਰਕੇ ਦੇ ਹੁਣ ਮੈਨੂੰ ਮੌਕਾ ਹੁਣ ਲਿਆਓ ਥੋੜਾ ਜਿਹਾ ਕੁਛ ਵਧੀਆ ਜਿਹਾ ਤੜਕਾ ਥੋੜਾ ਲਾ ਲਿਓ, ਨਮਕ ਥੋੜਾ ਜਿਹਾ ਵੱਧ ਰੱਖਿਓ, ਪਿਛਲੇ ਵਾਰੀ ਘੱਟ ਸੀ। ਹਾਂ, ਚਲੋ ਲੀਡਰਾਂ ਦੀ ਗੱਲ ਵੀ ਆਪਾਂ ਕਰਨੀ ਆ। ਸੁੱਖ ਨਾਲ ਪੰਜਾਬ ਦੀਆਂ ਇਲੈਕਸ਼ਨਾਂ ਆ ਗਈਆਂ, ਲੀਡਰਾਂ ਤੋਂ ਸ਼ੁਰੂ ਕਰ ਲਈਏ। ਆ ਜਾਓ। ਦੇਖੋ ਗੱਲ ਇਹ ਆ ਕਿ ਵੀ ਰਾਜ ਕਰਦੀ ਧਿਰ ਅਜੇ ਕੁਛ ਕਰੇ ਨਾ ਕਰੇ ਪਤਾ ਨਹੀਂ, ਮੁੱਖ ਵਿਰੋਧੀ ਪਾਰਟੀ ਕੁਛ ਕਰੇ ਨਾ ਕਰੇ ਆਪਾਂ ਉਹਦੇ 'ਤੇ ਆਉਂਦੀ ਨਹੀਂ ਅਜੇ। ਪਰ ਜਿਹੜੇ ਕਹਿੰਦੇ ਵੀ ਭਾਈ ਸਾਹਿਬ ਸਰਕਾਰ ਸਾਡੀ ਆ ਗਈ, ਡੈਰੀ ਅਸੀਂ ਲਾ ਲਈ, ਵੇਖੋ ਵੱਟ ਕਿੱਦਾਂ ਕੱਢਦੇ ਆ। ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ PC ਕੀਤੀ ਸੀ, ਉਦੋਂ ਪਹਿਲਾਂ ਉਹਨਾਂ ਨੇ ਪਾਰਟੀਆਂ 'ਚੋਂ ਬੰਦੇ ਲਿਆ ਕੇ ਐਲਾਨ ਕੀਤੇ ਆ। ਅਤੇ ਹੁਣ ਉਹ ਕਹਿੰਦੇ ਵੀ 100 ਦਿਨਾਂ ਦੇ ਵਿੱਚ 100 ਹਲਕਿਆਂ ਦਾ ਗੇੜਾ ਮਾਰਨਾ ਪ੍ਰਧਾਨ ਜੀ ਨੇ। ਕਿਉਂਕਿ ਹੋ ਸਕਦਾ ਕਈ ਬੰਦੇ ਭੁੱਲ ਗਏ, ਹੁਣ ਆਪਾਂ ਯਾਦ ਕਰਾ ਦਈਏ ਕਿ ਮਹੀਨੇ ਤੋਂ ਉੱਤੇ ਹੋ ਚੱਲਿਆ ਸੁਖਬੀਰ ਬਾਦਲ ਸਾਹਿਬ ਦਾ ਮੰਜਾ ਉਹਨਾਂ ਦੀ ਗੱਡੀ 'ਚ ਹੀ ਹੈ ਹੈਗਾ ਨਾ, ਜਿੱਦਾਂ ਸਿੱਧੂ ਸਾਹਿਬ ਦਾ ਉੱਥੇ ਕਾਂਗਰਸ ਭਵਨ 'ਚ ਹੈ ਫੋਲਡਿੰਗ ਮੰਜਾ। ਅਤੇ ਉਹ ਹੁਣ ਉਹ ਕਹਿੰਦੇ ਵੀ 100 ਹਲਕਿਆਂ 'ਚ 100 ਦਿਨਾਂ 'ਚ ਆਪਾਂ ਜਾਣਾ ਅਤੇ ਨਾਲ ਦੀ ਨਾਲ ਇਕੱਲੇ ਪਿੰਡ ਇਕੱਲੇ ਘਰ 'ਚ ਆਪਾਂ ਜਨਤਕ ਚਾਰਜ ਸ਼ੀਟ ਜਿਹੜੀ ਉਹ ਦੇਣੀ ਲੋਕਾਂ ਨੂੰ। ਸੰਧਾਲੀਆ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ ਅੱਜ ਕੱਲ੍ਹ ਬਹੁਤ ਜ਼ਿਆਦਾ ਸਿਆਸੀ ਤੌਰ ਦੇ ਉੱਤੇ ਤੇਜ਼ ਗਤੀ ਨਾਲ ਚੱਲ ਰਹੇ ਆ। ਚੰਗੀ ਗੱਲ ਹੈ। ਨਹੀਂ, ਵੈਸੇ ਤੇਜ਼ ਨਹੀਂ ਚੱਲਦੇ ਉਹ। ਨਹੀਂ, ਸਿਆਸੀ ਸਰੀਰ ਭਾਰਾ ਕਰਕੇ। ਨਹੀਂ, ਸਰੀਰ ਭਾਰਾ ਕਰਕੇ ਸਿਆਸੀ ਗਤੀ ਨਾਲ ਮੈਂ ਕਿਹਾ। ਹੁਣ ਦੇਖੋ 117 ਹਲਕੇ ਆ ਤੇ ਦਿਨ ਵੀ ਮਸਾਂ ਥੋੜ੍ਹੇ ਰਹਿੰਦੇ ਆ। ਡੂਢ ਵਾਰੀ ਮਸੀਂ ਜਾ ਹੋਣਾ। ਜਿਹੜਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਨੇ ਦੇ ਦਿੱਤਾ ਜਨਤਕ ਚਾਰਜ ਸ਼ੀਟ ਦਾ, ਪਹਿਲੀ ਤਾਂ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਹ ਕਿਸਾਨਾਂ ਤੋਂ ਥੋੜ੍ਹਾ ਜਿਹਾ ਆਈਡੀਆ ਲਿਆ ਲੱਗਦਾ। ਉਹਨਾਂ ਨੇ ਪੀਪਲ ਵਿਪ ਜਾਰੀ ਕੀਤਾ ਸੀ ਨਾ ਪਿਛਲੇ ਦਿਨੀ ਕਿ ਭਾਈ ਜਿੰਨੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਲੋਕਾਂ ਦਾ ਵਿਪ ਹੈ ਕਿ ਤੁਸੀਂ ਸੱਜੇ ਖੱਬੇ ਹੋ ਕੇ ਦੇਖਿਓ। ਨਹੀਂ ਤਾਂ ਤੁਹਾਡੇ ਵਰਗੇ ਮੇਰੇ ਵਰਗੇ ਸੱਜਣ ਕਹਿੰਦੇ ਯਾਰ ਜੇ ਕੁਛ ਉਹਨਾਂ ਨੇ ਗਲਤ ਕੀਤਾ ਆ ਤੁਸੀਂ ਅਦਾਲਤ ਜਾਓ, ਸਬੂਤ ਦਿਓ। ਇਕੱਲਾ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾ ਕੇ ਮੀਡੀਆ ਦੇ ਵਿੱਚ ਆ ਕੇ ਚਰਚਾ ਕਿਉਂ ਕਰਦੇ ਆ? ਅਦਾਲਤਾਂ ਬਣੀਆਂ ਉੱਥੇ ਜਾਓ। ਅਗਲੇ ਕਹਿੰਦੇ ਆਪਾਂ ਜਨਤਕ ਚਾਰਜ ਸ਼ੀਟ ਕਿ ਤੁਹਾਡੇ ਇੰਨੇ ਮੰਤਰੀਆਂ ਨੇ ਕਪੜੇ ਕੀਤੇ, ਤੁਸੀਂ ਆਹ ਵੀ ਵਾਅਦਾ ਨਹੀਂ ਪੂਰਾ ਕੀਤਾ, ਲੋਕਾਂ ਨੂੰ ਆਹ ਵੀ ਨਹੀਂ ਦਿੱਤਾ ਤੇ ਆਹ ਵੀ ਨਹੀਂ ਦਿੱਤਾ। ਠੀਕ ਹੈ, 127 ਪੇਜਾਂ ਦੀ ਪੂਰੀ ਕਿਤਾਬ ਹੈ ਜਿਹੜੀ ਉਹਨਾਂ ਨੂੰ ਲੱਗਦਾ ਕਿ 4.5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਪਟਨ ਸਾਹਿਬ ਵਾਲੀ ਅਗਵਾਈ ਵਾਲੀ ਸਰਕਾਰ ਨੇ ਕੀਤਾ ਨਹੀਂ, ਕੱਲੇ ਘਰ ਜਾਣੀ। ਦੂਸਰਾ, ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਪ੍ਰੋਗਰਾਮ ਸ਼ੁਰੂ ਕੀਤਾ ਸੀ ਮਿਸ ਕਾਲ ਮੈਂਬਰਸ਼ਿਪ ਵਾਲਾ। ਹੁਣ ਇਹਨਾਂ ਨੇ ਵੀ ਉਹ ਪ੍ਰੋਗਰਾਮ ਇੱਕ ਸ਼ੁਰੂ ਕੀਤਾ, ਇੱਕ ਵੈਬਸਾਈਟ ਬਣਾਈ ਹੈ ਕਿ ਭਾਈ ਤੁਸੀਂ ਦੱਸਣਾ ਹੈ ਕਿ ਤੁਹਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਕੰਮ ਪਹਿਲ ਦੇ ਆਧਾਰ ਤੇ ਕਰਨ ਵਾਲਾ, ਕਿਹੜੀਆਂ ਮੁਸ਼ਕਲਾਂ। ਪਹਿਲੀ ਗੱਲ, ਸੰਧਾਲੀਆ ਸਾਹਿਬ ਜੇ 4.5 ਸਾਲ ਵੈਸੇ ਚੰਗੀ ਗੱਲ ਹੈ ਕਿ 100 ਦਿਨਾਂ ਦੇ ਵਿੱਚ 100 ਹਲਕਿਆਂ 'ਚ ਜਾਣਾ, ਰੋਜ਼ ਐਵਰੇਜ 7 ਥਾਵਾਂ ਤੇ ਰੁਕ ਕੇ ਲੋਕਾਂ ਨੂੰ ਸੰਬੋਧਨ ਕਰਨਾ, 700 ਪ੍ਰੋਗਰਾਮ ਕਰਨੇ ਆ 100 ਦਿਨਾਂ ਦੇ ਵਿੱਚ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵਿੱਚ ਵਿਚਾਲੇ ਬੰਦੇ ਵੀ ਸ਼ਾਮਲ ਕਰਨੇ ਆ। ਹੁਣ ਚੰਗੀ ਗੱਲ ਹੈ ਕਿ ਲੋਕਾਂ ਤੋਂ ਪੁੱਛਿਆ ਜਾ ਰਿਹਾ
ਨਹੀਂ ਤਾਂ ਲੀਡਰ ਡਿਕਟੇਟ ਕਰਦੇ ਸੀ, ਅਸੀਂ ਆਹ ਵੀ ਕਰਾਂਗੇ ਆਹ ਵੀ ਕਰਾਂਗੇ। ਪਰ ਸਵਾਲ ਹੈ ਇੱਥੇ ਕਿ 10 ਸਾਲ ਲਗਾਤਾਰ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ, 95-96% ਵਾਅਦੇ ਤਾਂ ਪੂਰੇ ਕਰਤੇ ਸੀ। ਸੜਕਾਂ ਬਣ ਗਈਆਂ, ਸਟੇਡੀਅਮ ਬਣ ਗਏ, ਨੌਕਰੀਆਂ ਦੇਤੀਆਂ, ਸਾਰਾ ਕੁਝ ਹੋ ਗਿਆ। ਖੇਤੀ ਚੰਗੀ, ਉਦਯੋਗ ਚੰਗੇ, ਇਨਵੈਸਟਮੈਂਟ ਚੰਗੀ, ਸਪੋਰਟਸ ਕਿੱਟਾਂ ਦੇਤੀਆਂ, ਜਿਮ ਬਣਾਤੇ, ਮੰਡੀਆਂ ਬਣਾਤੀਆਂ, ਸਾਰਾ ਕੁਝ ਤਾਂ ਕਰਤਾ ਸੀ। 4.5 ਸਾਲਾਂ 'ਚ ਟੁੱਟਣ ਵਾਲੀਆਂ ਚੀਜ਼ਾਂ ਤਾਂ ਹੈ ਨਹੀਂ ਸਾਰੀਆਂ। ਪਹਿਲੀ ਗੱਲ ਹੈ ਕਿ ਉਹੀ ਹੋਣੀਆਂ। ਦੂਸਰੀ ਗੱਲ ਹੈ ਕਿ ਲਗਾਤਾਰ ਭਾਵੇਂ ਤੀਸਰੇ ਨੰਬਰ ਦੇ ਉੱਤੇ ਆਏ ਸੀ, ਪਰ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਅਕਾਲੀ ਦਲ ਵਾਲੇ ਵਿਚਰਦੇ ਰਹੇ ਆ। ਹਰ ਪਿੰਡ ਦੇ ਵਿੱਚ ਉਹਨਾਂ ਦੇ ਬੰਦੇ ਨੇ। ਜੇ ਇਲੈਕਸ਼ਨ ਤੋਂ 4, 5, 6 ਮਹੀਨੇ ਪਹਿਲਾਂ ਵੀ ਆਪਾਂ ਜੇ ਲੋਕਾਂ ਤੋਂ ਹੁਣ ਪੁੱਛਣਾ ਹੈ ਕਿ ਤੁਹਾਨੂੰ ਚਾਹੀਦਾ ਕੀ ਹੈ, ਤੁਸੀਂ ਦੱਸੋ ਕਿ ਤੁਹਾਡੇ ਮਸਲੇ ਕੀ ਨੇ, ਫਿਰ ਤਾਂ ਥੋੜਾ ਜਿਹਾ ਕੰਮ ਔਖਾ ਹੋ ਜਾਊਗਾ। ਫਿਰ ਉਹਦੇ ਤੋਂ ਬਾਅਦ ਜਾ ਕੇ 1.5-2 ਮਹੀਨਿਆਂ ਦੇ ਵਿੱਚ ਉਹ ਕਹਿੰਦੇ ਆਪਾਂ ਫੈਸਲਾ ਕਰ ਦੇਣਾ ਕਿ ਸਾਡਾ ਏਜੰਡਾ ਕੀ ਹੋਏਗਾ। ਚਲੋ ਚੰਗਾ ਹੋਇਆ ਫਿਰ ਵੀ ਲੋਕਾਂ ਤੋਂ ਪੁੱਛਣਾ। ਪਰ ਇੱਕ ਗੱਲ ਹੈਗੀ ਆ, ਨਹੀਂ ਇੱਕ ਗੱਲ ਤੋਂ ਪਹਿਲਾਂ ਵੀ ਇੱਕ ਗੱਲ ਮੈਂ ਦੱਸਦਾ, ਮੈਂ ਕਈ ਗੱਲਾਂ ਤੁਸੀਂ ਕਨਫਿਊਜ਼ ਕਰ ਜਾਂਦੇ। ਦੇਖੋ ਕਾਰਨ ਪਤਾ ਕੀ ਆ, ਇਹ ਆਪਣੇ ਆਪ ਹਿਸਾਬ 'ਚ ਨਹੀਂ ਆਈ ਗੱਲ। ਜੇ ਆਪਣੇ ਆਪ ਹਿਸਾਬ 'ਚ ਆ ਜਾਂਦੀ ਫਿਰ ਤੇ 4.5 ਸਾਲ ਪਹਿਲਾਂ ਹੀ ਆਏ ਨਹੀਂ। ਹੁਣ ਬੰਦਾ ਲਿਆਂਦਾ ਏਡੀ ਦੂਰੋਂ, ਉਹ ਸਾਊਥ ਇੰਡੀਆ ਵਾਲੇ ਪਾਸਿਓਂ, ਉਹਦਾ ਕੰਮ ਹੀ ਸਲਾਹ ਦੇਣਾ। ਉਹਨੇ ਸਲਾਹ ਦਿੱਤੀ ਵੀ ਸਾਹਿਬ ਇਸ ਤਰੀਕੇ ਤੁਸੀਂ ਜਾ ਸਕਦੇ ਲੋਕਾਂ 'ਚ। ਹੁਣ ਉਸ ਬੰਦੇ ਨੂੰ ਲਿਆਂਦਾ ਗਿਆ ਸਲਾਹ ਦੇਣ ਲਈ, ਪਰ ਮੈਨੂੰ ਲੱਗਦਾ ਵੀ ਉਹ ਸਲਾਹ ਘੱਟ ਤੇ ਸਕੀਮ ਜ਼ਿਆਦਾ ਦੇ ਗਿਆ। ਹੁਣ ਮੈਂ ਕਹਿਣ ਨੂੰ ਤੇ ਵੀ ਸਕੀਮ ਹੀ ਇੱਕ ਤਰ੍ਹਾਂ ਦੀ। ਹੁਣ ਦੇਖੋ ਜੇ ਮੰਨ ਲਓ ਕਿ ਵੀ ਹੁਣ ਤੱਕ ਦੇ ਪੰਜਾਬ ਦੇ ਮਾਹੌਲ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਅੱਜ ਦੀ ਡੇਟ 'ਚ ਕੋਈ ਪੋਲੀਟੀਕਲ ਪਾਰਟੀ ਪ੍ਰੋਗਰਾਮ ਰੱਖ ਲਵੇ, ਕਿਸਾਨਾਂ ਨੂੰ ਜਾਂ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਏ ਵੀ ਭਾਈ ਸਾਹਿਬ 2 ਗੇੜੇ ਟੈਂਟ ਵਾਲਾ ਮਾਰ ਗਿਆ, ਸਕੂਟਰ ਤੇ ਦਰੀਆਂ ਫੇਰ ਚੁੱਕੀ ਆਉਂਦਾ ਤੇ ਸ਼ਾਇਦ ਇੱਥੇ ਅੱਜ ਆਉਣਾ ਹੀ ਕਿਸੇ ਨੇ। 5 ਕੁ ਬੰਦੇ ਜਿਹੜੇ ਆਪਣੇ ਪਿੰਡ ਦੇ ਮੋਹਤਬਾਰ, ਉਹ ਵੀ ਚਿੱਟੇ ਕੁੜਤੇ ਪਜਾਮੇ ਪਾ ਕੇ ਸਵੇਰ ਦੇ ਮੋਟਰਸਾਈਕਲ ਭਜਾਈ ਫਿਰਦੇ ਆ, ਉਦੋਂ ਪੈ ਜਾਂਦਾ ਰੌਲਾ। ਹੁਣ ਉਹਨਾਂ ਨੇ ਸਕੀਮ ਇਹ ਦਿੱਤੀ ਵੀ ਉਹ ਯਾਰ ਉਹ ਤੁਸੀਂ ਆਨੇ ਫੇਰ ਆਉਣਾ, ਯਾਰ ਉਹਨਾਂ ਤੇ ਆਪਣੇ ਕੋਲੋਂ ਪੁੱਛਣ ਆਉਣਾ। ਅੱਛਾ ਆਪਣਾ ਕੁਝ ਨਹੀਂ ਦੱਸਣਾ, ਨਾ ਉਹਨਾਂ ਨਹੀਂ ਕੁਝ ਵੀ ਦੱਸਣਾ, ਉਹਨਾਂ ਸਗੋਂ ਪੁੱਛਣ ਆਉਣਾ ਵੀ ਤੁਹਾਨੂੰ ਚਾਹੀਦਾ ਕੀ ਹੈ। ਅੱਛਾ ਚਲੋ ਫਿਰ ਆ ਲੈਣ ਦਿਓ। ਹੋ ਸਕਦਾ ਇਸ ਤਰੀਕੇ ਦਾ ਕਰਕੇ ਉਹ ਸਕੀਮ 'ਚ ਪਹੁੰਚਣ ਵੀ ਆਪਾਂ ਪੁੱਛਣ ਆ ਰਹੇ ਹਾਂ, ਕਰਨੀ ਰੈਲੀ ਆ ਨਾ ਹੀ ਰੱਖ ਲਿਆ। ਨਹੀਂ ਫਰਕ ਤਾਂ ਹੈਗਾ ਸੰਧਾਲੀਆ ਸਾਹਿਬ। ਦੇਖੋ 5 ਸਾਲ ਪਹਿਲਾਂ ਜਦੋਂ 2017 ਦੀ ਚੋਣ ਹੋਣੀ ਸੀ ਤਾਂ ਇਦਾਂ ਦਾ ਹੀ ਮਾਹੌਲ ਸੀ। ਉਦੋਂ ਕੈਪਟਨ ਸਾਹਿਬ ਹੋਣਾ ਦੇ ਕੋਲੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਸੀਗੇ। ਇੰਨਾ ਕੁ ਫਰਕ ਹੈ ਕਿ ਉਹ ਪਰਚੀ ਕੱਢਦੇ ਸੀ, ਇਹਨਾਂ ਨੇ ਪਰਚੀ ਪਵਾਉਣੀ ਆ। ਉਹਨਾਂ ਦੇ ਕੋਲੇ ਇੱਕ ਗਾਗਰ ਪਈ ਹੁੰਦੀ ਸੀ, ਪੰਜਾਬ ਦਾ ਕੈਪਟਨ, ਕਾਫੀ ਵਿਦ ਕੈਪਟਨ ਸਟੇਜ ਤੇ ਕੈਪਟਨ ਸਾਹਿਬ ਇਕੱਲੇ ਹੁੰਦੇ ਸੀ, ਲੋਕਾਂ ਦਾ ਇਕੱਠ ਹੁੰਦਾ ਸੀ। ਉਹ ਗਾਗਰ ਜੀ ਦੇ ਵਿੱਚੋਂ ਪਰਚੀ ਕੱਢਦੇ ਸੀ, ਕੱਢ ਕੇ ਪੜ੍ਹ ਕੇ ਕਹਿੰਦੇ ਸੀ ਕਿ ਫਲਾਣੇ ਬੰਦੇ ਦਾ ਆਹ ਸਵਾਲ ਹੈ, ਅਸੀਂ ਆਹ ਕਰਾਂਗੇ। ਹੁਣ ਇਹਨਾਂ ਦੇ ਕੋਲੇ ਇੱਕ ਗੋਲਕ ਜੀ ਹੈ, ਉਹਦੇ ਵਿੱਚ ਲੋਕਾਂ ਨੇ ਆਪਦੇ ਸੁਝਾਅ ਪਾਉਣੇ ਆ ਤੇ ਉਹ ਕਹਿੰਦੇ ਪੰਜਾਬ ਦੇ ਇਕੱਲੇ ਘਰ ਲੈ ਜਾਣੀ ਆ। ਜਾਣੀ ਹੈ ਪਰਚੀ ਆ, ਉਦੋਂ ਕੱਢਦੇ ਸੀ, ਹੁਣ ਪਰਚੀ ਪੈਣੀ ਆ। ਪਰ ਪੰਜਾਬ ਦੇ ਲੋਕਾਂ ਦੀ ਕਿਸਮਤ ਦੀ, ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਦੀ, ਪੰਜਾਬ ਦੇ ਲੋਕਾਂ ਦੀ ਭਲਾਈ ਦੀ ਪਰਚੀ ਕਦੋਂ ਪਊ, ਕਦੋਂ ਨਿਕਲੂ, ਉਹ ਬਾਅਦ ਦੀ ਗੱਲ ਹੈ। ਹੁਣ ਇੱਕ ਗੱਲ ਹੋਰ ਜਿਹੜੀ ਮਨ ਚ ਆਉਂਦੀ ਹੈ, ਉਹ ਕਹਿੰਦੇ 3 ਬੰਦੇ ਸਹੁੰ ਖਾ ਕੇ ਮੁੱਕਰੇ। ਮੈਂ ਆਪਣੀ ਰਾਜਸੀ ਜ਼ਿੰਦਗੀ ਦੇ ਵਿੱਚ 3 ਹੀ ਬੰਦੇ ਦੇਖੇ। ਇੱਕ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਮੁੰਡੇ ਦੀ ਸਹੁੰ ਖਾਧੀ ਸੀ ਕਿ ਕਦੇ ਮੈਂ ਗੱਠਜੋੜ ਨਹੀਂ ਕਰੂੰ, ਕਾਂਗਰਸ ਦੇ ਨਾਲ ਕਰ ਗਿਆ। ਦੂਸਰਾ ਉਹ ਕਹਿੰਦੇ ਕਿ SYL ਦੇ ਮੁੱਦੇ ਤੇ ਉਹ ਬੰਦਾ ਕਹਿੰਦਾ ਕਿ ਪਾਣੀ ਪੰਜਾਬ ਦਾ ਬਾਕੀਆਂ ਨੂੰ ਦਿਓ। ਤੀਸਰਾ ਕਹਿੰਦੇ ਕਿ ਉਹ ਕਹਿੰਦੇ ਪਰਾਲੀ ਸਾੜਨ ਦੇ ਮੁੱਦੇ ਦੇ ਉੱਤੇ ਠੋਕ ਕੇ ਕਾਰਵਾਈ ਚਾਹੀਦੀ ਹੈ। ਤੇ ਚੌਥਾ ਅਰਵਿੰਦ ਕੇਜਰੀਵਾਲ ਨੇ ਕਹਿੰਦੇ ਸਭ ਤੋਂ ਪਹਿਲਾਂ ਦਿੱਲੀ 'ਚ ਖੇਤੀ ਦੇ ਕਾਨੂੰਨ ਲਾਗੂ ਕੀਤੇ। ਠੀਕ ਹੈ, ਫਿਰ ਉਹਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦੇ ਭਗਵੰਤ ਮਾਨ ਤਾਂ ਸ਼ਰਾਬੀ ਬੰਦਾ ਨਹੀਂ, ਸਹੁੰ ਖਾਧੀ ਉਹਨੇ। ਹਾਂ ਵੀ ਸਹੁੰ ਖਾਧੀ ਆਪਣੀ ਮਾਤਾ ਨੂੰ ਸਟੇਜ ਤੇ ਲਿਆ ਕੇ, ਕਿ ਮਾਂ ਦੀ ਸਹੁੰ ਖਾ ਕੇ ਬੰਦਾ ਮੁੱਕਰ ਗਿਆ, ਉਹ ਤੋਂ ਪੈਰਾਂ ਤੋਂ ਕੁਝ ਨਹੀਂ ਹੁੰਦਾ। ਹੁਣ ਉਹ ਕਹਿੰਦੇ ਕਿ ਭਗਵੰਤ ਮਾਨ ਬੋਤਲ ਸ਼ਰਾਬ ਦੀ ਪੀਂਦਾ। ਸਾਨੂੰ ਨਹੀਂ ਪਤਾ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪਤਾ ਹੋਊ ਜਾਂ ਭਗਵੰਤ ਮਾਨ ਸਾਹਿਬ ਨੂੰ ਪਤਾ ਹੋਊ, ਲੀਡਰ ਬੰਦੇ, ਜਾਂ ਤੁਹਾਨੂੰ ਪਤਾ ਹੋਊ। ਪਰ ਸਾਥ ਦੋ ਕਿ ਮੈਂ ਲਿਆ ਕੇ ਦੇਣਾ, ਸਾਡੇ ਵੱਲੋਂ ਤੁਸੀਂ ਲੀਡਰ ਹੋ ਨਾ, ਸਾਡੀ ਪਹੁੰਚ ਹੀ ਤੁਹਾਡੇ ਤੱਕ। ਚਲੋ ਫਿਰ ਠੀਕ ਮੰਨ ਲੈਂਦੇ ਹੁਣ ਅੱਛਾ ਤਾਂ ਸਵਾਲ ਹੈ ਇੱਥੇ ਇੱਕ ਹੋ ਸਕਦਾ, ਦੇਖੋ ਸੂਬਾ ਚਲਾਉਣਾ ਹੈ, ਉਹ ਲੋਕ ਸਭਾ ਦੇ ਮੈਂਬਰ ਨੇ ਦੂਜੀ ਵਾਰ ਦੇ। ਮੈਨੂੰ ਇਹ ਨਹੀਂ ਸਮਝ ਆਈ, ਪਹਿਲਾਂ ਇੱਕ ਮੈਂਬਰ ਪਾਰਲੀਮੈਂਟ ਸਾਹਿਬ ਹੁੰਦੇ ਸੀ, ਅੱਜ ਕੱਲ ਹੈ ਨਹੀਂ ਮੈਂਬਰ ਪਾਰਲੀਮੈਂਟ, ਹੈ ਨਹੀਂ, ਉਹ ਹੈਗੇ ਆ। ਉਹ ਕਹਿੰਦੇ ਸੀ ਕਿ ਮੈਨੂੰ ਭਗਵੰਤ ਮਾਨ ਤੋਂ ਅਜੀਬ ਜੀ ਮਹਿਕ ਆਉਂਦੀ ਆ, ਮੇਰੀ ਸੀਟ ਬਦਲ ਦਿਓ। ਠੀਕ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਕਿ ਭਾਈ ਉਹ ਬੋਤਲ ਪੀਂਦੇ ਆ। ਠੀਕ ਹੈ। ਹੋਰ ਵੀ ਕੋਈ ਬੰਦਾ ਕਹਿ ਸਕਦਾ ਕਿ ਭਾਈ ਉਹ ਪੀਂਦੇ ਆ, ਬਹੁਤ ਸਾਰੇ ਪਾਰਟੀਆਂ ਦੇ ਲੀਡਰ। ਮੈਨੂੰ ਨਹੀਂ ਪੀਣੀ ਚਾਹੀਦੀ ਲੋਕਾਂ ਦੇ ਨੁਮਾਇੰਦਿਆਂ ਨੂੰ, ਪਰ ਜੇ ਸ਼ਰਾਬ ਇੰਨੀ ਮਾੜੀ ਚੀਜ਼ ਹੈ, ਜੇ ਸ਼ਰਾਬ ਇੰਨੀ ਮਾੜੀ ਚੀਜ਼ ਹੈ ਤਾਂ ਪੰਜਾਬ ਦੀ ਹਰ ਇੱਕ ਸਰਕਾਰ ਸ਼ਰਾਬ ਦੇ ਠੇਕੇ ਕਾਹਤੋਂ ਖੋਲਦੀ ਹੈ? ਸ਼ਰਾਬ ਦੇ ਠੇਕਿਆਂ ਤੋਂ ਆਉਂਦੀ ਆਮਦਨ ਨੂੰ ਹੀ ਸਭ ਤੋਂ ਵੱਡੀ ਆਮਦਨ ਕਿਉਂ ਮੰਨਦੀ ਹੈ? ਸੜਕਾਂ ਦੇ ਆਸ-ਪਾਸ ਸ਼ਰਾਬ ਦੇ ਠੇਕੇ ਖੁੱਲੇ ਹੋਆ, ਉਹਨਾਂ ਦੀ ਵਿਕਰੀ ਹੁੰਦੀ ਹੈ, ਬ੍ਰਾਂਚਾਂ ਖੋਲ ਦਿੱਤੀਆਂ, ਇੰਨੀਆਂ ਡਿਸਟਿਲਰੀਆਂ ਲਾਤੀਆਂ ਜੀ। ਉਦੋਂ ਪਤਾ ਨਹੀਂ ਕਿਹੜਾ ਵਿੱਚ ਉਹ ਇੱਕ ਲਾਇਸੈਂਸ ਦੇ ਦਿੱਤਾ ਸੀ ਕਿ ਭਾਈ ਤੁਸੀਂ ਬਣਾਉਣੀ ਹੈ, ਤੁਸੀਂ ਵੇਚਣੀ ਹੈ, ਤੁਹਾਡੇ ਵਿਚਾਲੇ 4-5 ਬੰਦੇ ਬਸ ਆ ਹੋਣਗੇ। ਯਾਨੀ ਜੇ ਸ਼ਰਾਬ ਪੀ ਕੇ ਬੰਦੇ ਨੂੰ ਹੋਸ਼ ਨਹੀਂ ਰਹਿੰਦੀ
ਜੇ ਸ਼ਰਾਬ ਪੀਣ ਵਾਲਾ ਬੰਦਾ ਠੀਕ ਤਰੀਕੇ ਕੰਮ ਨਹੀਂ ਕਰ ਸਕਦਾ, ਵੈਸੇ ਹੀ ਇੱਕ ਸਾਰੀਆਂ ਸਿਆਸੀ ਪਾਰਟੀਆਂ ਲਈ ਸਵਾਲ ਹੈ, ਤਾਂ ਫਿਰ ਭਾਈ ਪੰਜਾਬ ਦੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਕਾਹਦਾ? ਫਿਰ ਆਮਦਨ ਦਾ ਵਸੀਲਾ ਕੋਈ ਹੋਰ ਪੈਦਾ ਕਰੋ। ਨਹੀਂ, ਨਾਲੇ ਵੱਡੀ ਗੱਲ ਤੇ ਹੈ ਨਾ, ਇਹ ਮਸਲਾ ਹੋ ਸਕਦਾ ਜਿਹੜਾ ਛਿੜਿਆ, ਇਹ ਮੇਰੇ ਵੀ ਧਿਆਨ ਚ ਆਏ ਸੀ ਵੀ ਹੋ ਸਕਦਾ ਇਹੋ ਹੀ ਮਸਲਾ ਉਲਟਾ ਪੈ ਜੇ, ਕਿਉਂਕਿ ਇਹ ਮਸਲਾ ਬਿਲਕੁਲ 17 ਦੇ ਹਿਸਾਬ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਯਾਰ ਭਗਵੰਤ ਮਾਨ ਦਾ ਹੋਰ ਤੇ ਕੁਝ ਲੱਭਦਾ ਨਹੀਂ, ਸ਼ਰਾਬ ਤੇ ਬਦਨਾਮ ਕਰ ਦਿਓ। ਹੁਣ ਜੀ ਇਸ ਮਸਲੇ ਨੂੰ ਮੇਰੇ ਖਿਆਲ ਨਾਲ ਇਸ ਤਰ੍ਹਾਂ ਤੋਰ ਲਿਆ ਨਾ ਕਿਸੇ ਨੇ ਕਿ ਮਹਾਰਾਜ ਚਲੋ ਠੀਕ ਹੈ ਜੀ, ਆਪਾਂ ਸ਼ਰਾਬ ਨੂੰ ਇੰਨਾ ਮਾੜਾ ਗਿਣਦੇ ਆ ਵੀ ਜਿਹੜੇ ਬੰਦੇ ਪਾਰਟੀ 'ਚ ਵੀ ਹੈਗੇ ਨਾ, ਜਿਨ੍ਹਾਂ ਦਾ ਲਿੰਕ ਵੀ ਹੈਗਾ ਕਾਰੋਬਾਰ ਦੇ ਹਿਸਾਬ ਨਾਲ ਬਣਵਾਉਂਦੇ ਆ ਸਾਰੀਆਂ ਪਾਰਟੀਆਂ ਬਣਵਾਉਂਦੇ ਵੇਚਦੇ ਆ, ਉਹਨਾਂ ਦੀ ਵੀ ਛੁੱਟੀ ਕਰੋ, ਕਿਉਂਕਿ ਜੇ ਪੀਣੀ ਮਾੜੀ ਆ ਤੇ ਵੇਚਣੀ ਤਾਂ ਉਹ ਤੋਂ ਮਾੜੀ। ਹਾਂ, ਜਾਣੀ ਹੋਵੇ ਹੀ ਨਾ ਤਾਂ ਪੀਊ ਕੋਈ ਬੰਦਾ ਕਿੱਥੋਂ, ਹੈ ਨਾ। ਇੱਕ ਬੰਦਾ ਤੇ ਬੋਤਲ ਲਿਆਉਂਦਾ, ਚਲੋ ਬੋਤਲ ਆਪਾਂ ਨੇ ਵੀ ਚਲੋ ਬੋਤਲ ਵੀ ਪੀ ਲੈਂਦਾ, ਉਹ ਜਿਹੜੇ ਕੋਲੇ ਪੇਟੀਆਂ ਦੀਆਂ ਪੇਟੀਆਂ ਪਈਆਂ, ਪੈਸਾ ਗੋਦਾਮਾਂ ਦੇ ਗੋਦਾਮ ਪਏ ਆ, ਉਹਦੇ ਤੇ ਲੱਗ ਨਹੀਂ ਬਹਿਣਾ ਚਾਹੀਦਾ। ਮਤਲਬ ਜੇ ਆਪਾਂ ਇਦਾਂ ਹੀ ਮੰਨ ਲਈਏ ਤੇ ਮੈਂ ਕਹਿੰਦਾ ਇਦਾਂ ਵੀ ਵਾਅਦਾ ਵੀ ਕਰ ਸਕਦਾ ਕੋਈ ਨਾ ਕੋਈ ਬੰਦਾ ਕਿ ਅਸੀਂ ਬਾਂਸੀ ਲਾ ਲਾਂਗੇ, ਜਿੱਦਾਂ ਉਹਨੇ ਹਰਿਆਣੇ 'ਚ ਬੰਦ ਕੀਤੀ ਸੀ ਉਦਾਂ ਕਰ ਦਿਆਂਗੇ, ਜਿੱਦਾਂ ਗੁਜਰਾਤ ਵਾਲਿਆਂ ਬੰਦ ਕੀਤੀ ਉਦਾਂ ਕਰ ਦਿਆਂਗੇ। ਜਾਣੀ ਰੌਲਾ ਤੇ ਹੈ, ਆਮ ਬੰਦੇ ਕੋਲ ਸ਼ਰਾਬ ਦੀ ਫੈਕਟਰੀ ਹੈ ਨਹੀਂ, ਆਮ ਬੰਦੇ ਨੂੰ ਸ਼ਰਾਬ ਦੇ ਠੇਕੇ ਵੀ ਨਹੀਂ ਮਿਲਦੇ। ਆਪਾਂ ਨੂੰ ਪਤਾ ਹੈ ਕਿ ਬਹੁਤੇ ਸ਼ਰਾਬ ਦੇ ਠੇਕੇਦਾਰ ਚਾਹੇ ਬਣਾਉਣ ਵਾਲੇ ਤੇ ਚਾਹੇ ਵੇਚਣ ਵਾਲੇ ਉਹ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਹੋ ਆ। ਹੁਣ ਜਿਹੜੀ ਚੀਜ਼ ਪੀ ਕੇ ਇੱਕ ਲੀਡਰਾਂ ਦੀ ਭਾਸ਼ਾ ਦੇ ਵਿੱਚ ਕਿ ਉਹ ਠੀਕ ਤਰੀਕੇ ਕੰਮ ਨਹੀਂ ਕਰ ਸਕਦਾ, ਬੰਦਾ ਵੀ ਤਾਂ ਘਰ ਦਾ ਲੀਡਰ ਹੀ ਹੁੰਦਾ, ਆਮ ਬੰਦਾ ਵੀ ਤਾਂ ਘਰ ਦਾ ਮੰਤਰੀ ਹੁੰਦਾ, ਚਾਹੇ ਉਹ 5 ਰੁਪਏ ਕਮਾਉਂਦਾ ਤੇ 5 ਲੱਖ ਕਮਾਉਂਦਾ ਜਾਂ 5000। ਫਿਰ ਆਮ ਬੰਦੇ ਨੂੰ ਪੀਣ ਨੂੰ ਕਹਿੰਦੇ ਹੋ, ਆਮ ਬੰਦੇ ਦੇ ਬਾਬਤ ਕਹਿੰਦੇ ਹੋ ਕਿ ਭਾਈ ਇਹਨਾਂ ਦੇ ਲਈ ਚਾਹੀਦੀ ਹੈ, ਫਿਰ ਉਹ ਆਪਣਾ ਘਰ ਕਿੱਦਾਂ ਚੱਜ ਨਾਲ ਚਲਾ ਸਕਦੇ ਆ? ਬਿਲਕੁਲ ਸਹੀ। ਨਹੀਂ, ਇਹ ਤਾਂ ਮੁੱਦਾ ਬਣ ਜਾਣਾ। ਆਪਾਂ ਤੀਜੇ ਬੰਦੇ ਦੀ ਗੱਲ ਵੀ ਕਰ ਲਈ, ਕਿਉਂਕਿ ਦੋ ਬੰਦੇ ਸੌਹਾਂ ਦੀ ਤੁਸੀਂ ਗੱਲ ਕਰ ਲਈਏ, ਉਹ ਦੱਸੋ, ਉਹ ਤੁਸੀਂ ਛੇੜੀ ਆ ਤੇ ਫਿਰ ਦੱਸੋ। ਲੋ ਮੈਂ ਇਦਾਂ ਕਿੱਦਾਂ ਦੱਸਾਂ, ਮੈਂ ਨਹੀਂ ਦੱਸਣੀ, ਤੁਸੀਂ ਤਾਂ ਨਹੀਂ, ਤੁਹਾਨੂੰ ਵੀ ਨਾਲ ਦੇਖੋ ਲੀਡਰ ਬੰਦੇ ਦਾ ਮਤਲਬ ਇਹ ਥੋੜੀ ਹੈ ਨਾਲ ਹਾਂ ਹੀ ਕਰਨੀ ਹੈ। ਮੈਂ ਦੱਸ ਦੇਣਾ ਜੇ ਕਹੋ ਤਾਂ, ਐਸੀ ਗੱਲ ਕੋਈ ਨਹੀਂ। ਉਹ ਕਹਿੰਦੇ ਕਿ ਕੈਪਟਨ ਸਾਹਿਬ ਨੇ ਖਾਧੀ, ਕਹਿੰਦੇ ਹੁਣ ਕਹਿੰਦੇ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ, ਉਹ ਕਹਿੰਦੇ ਸੀ ਵੀ ਭਾਈ ਸਾਹਿਬ ਮੈਂ ਵੀ ਆਹ ਚੀਜ਼ਾਂ ਕਰ ਦੂੰਗਾ, ਤੇ ਜੋ ਕੁਛ ਉਹਨਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ। ਫਿਰ ਉਹੀ 129 ਪੇਜਾਂ ਵਾਲਾ ਕਹਿੰਦੇ ਵੀ ਉਹਨਾਂ ਕੋਲੇ ਤੁਰਿਆ ਫਿਰਦਾ ਭਾਈ ਸਾਹਿਬ ਉਹ ਮੈਨੀਫੈਸਟੋ, ਇੱਕ ਉਹਨਾਂ ਨੇ ਕੰਮ ਉਹ 'ਚੋਂ ਕੀਤਾ, ਤੁਸੀਂ ਸਾਨੂੰ ਦੱਸ ਦਿਓ। ਇਹ ਸਾਰੇ ਕੰਮ ਉਹਨਾਂ ਕੋਲੋਂ ਹੋਏ ਨਹੀਂ। ਉਹ ਇਹਨਾਂ ਤੇ ਹੋਰ ਵੀ ਕਿਹਾ, ਉਹ ਕਹਿੰਦੇ ਵੀ ਮੈਂ ਪਹਿਲਾ ਮੁੱਖ ਮੰਤਰੀ ਦੇਖਿਆ। ਇਹ ਮਤਲਬ ਵੈਸੇ ਵਧੀਆ ਗੱਲ ਸੀ ਭਾਸ਼ਣ ਦੀ। ਹੁਣ ਪਤਾ ਨਹੀਂ ਜਾਂ ਤਾਂ ਉਹਨੂੰ ਲਿਖ ਕੇ ਦਿੱਤੀ ਸੁਖਬੀਰ ਬਾਦਲ ਸਾਹਿਬ ਨੂੰ ਕਿੱਦਾਂ ਵੀ 3 ਬੰਦੇ ਤੁਸੀਂ ਕਹਿਣੇ ਆ ਵੀ ਮੈਂ ਜ਼ਿੰਦਗੀ 'ਚ ਵੇਖੀ ਜਿੰਨਾ ਸਹੁੰ ਖਾਧੀ। ਹੁਣ ਇਹ ਨਹੀਂ ਪਤਾ ਵੀ ਬਾਕੀ ਲੋਕਾਂ ਨੇ ਤਾਂ ਕਈ ਬੰਦੇ ਵੇਖੇ ਨੇ, ਉਹਨਾਂ ਸਿਰਫ 3 ਹੀ ਵੇਖੇ ਨੇ। ਦੂਜੀ ਚੀਜ਼ ਇਹ ਵੀ ਉਹ ਕਹਿੰਦੇ ਭਾਈ ਸਾਹਿਬ ਦੇਖੋ ਮੈਂ ਪਹਿਲਾ ਮੁੱਖ ਮੰਤਰੀ ਵੇਖਿਆ ਜਿਹੜਾ ਮੁੱਖ ਮੰਤਰੀ ਬਣਨ ਤੋਂ ਬਾਅਦ ਦਫ਼ਤਰ ਹੀ ਨਹੀਂ ਗਿਆ ਆਪਣੇ, ਕਹਿੰਦੇ ਉੱਥੇ ਹੀ ਕੰਮ ਕਰੀ ਜਾਂਦਾ, ਕਹਿੰਦੇ ਕੰਮ ਕਰਦਾ ਕਿ ਨਹੀਂ ਕਰਦਾ ਇਹ ਵੀ ਨਹੀਂ ਪਤਾ ਕੁਛ ਵੀ। ਹੁਣ ਮਤਲਬ ਜਿਸ ਹਿਸਾਬ ਨਾਲ ਉਹਨਾਂ ਨੇ ਇਹ 3 ਬੰਦਿਆਂ ਦਾ ਨਾਂ ਲੈ ਕੇ ਤੇ ਸ਼ੁਰੂ ਕੀਤਾ, ਇਹਦੇ 'ਚ ਇੱਕ ਗੱਲ ਤੇ ਕਲੀਅਰ ਹੈ ਵੀ ਮੁਕਾਬਲੇ ਦੇ ਵਿੱਚ ਉਹਨਾਂ ਨੇ ਹੋਰ ਕਿਸੇ ਨੂੰ ਰੱਖਿਆ ਨਹੀਂ, ਰੱਖਿਆ ਭਗਵੰਤ ਮਾਨ ਤੇ ਰੱਖ ਲਿਆ ਹੈ ਨਾ। ਸਿੱਧੂ ਸਾਹਿਬ ਦਾ ਨਾਂ ਨਹੀਂ ਲਿਆ ਜੇ ਪੂਰਾ। ਨਹੀਂ, ਉਹ ਕਹਿੰਦੇ ਉਹਨੇ ਤਾਂ ਲੈਣਾ ਹੀ ਕਾਹਦੋਂ, ਉਹ ਕਹਿੰਦੇ 3 ਮਹੀਨੇ ਪਾਰਟੀ ਮੁਕਾ ਦੇਣੀ, ਉਹਨੇ ਖਤਮ ਹੀ ਕਰ ਦੇਣੀ ਹੈ। ਸੰਧਾਲੀ ਸਾਹਿਬ ਵੈਸੇ ਇੱਕ ਗੱਲ ਆ, ਮੈਂ ਕਹਿੰਦਾ ਚੰਗਾ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ 127 ਪੇਜ ਦੀ ਕਿਤਾਬ ਛਾਪੀ। ਚੰਗਾ ਕੀਤਾ ਕਿ ਉਹਨਾਂ ਨੇ ਲੋਕਾਂ ਦੇ ਕੋਲੇ ਜਾਣਾ। ਉਹਦੇ 2 ਕਾਰਨ ਨੇ। ਆਮ ਆਦਮੀ ਪਾਰਟੀ ਵਾਲੇ ਹੁਣ ਕਲੀਅਰ ਕਰਨ, ਸੰਗਰੂਰ ਵਾਲੇ ਕਰ ਦੇਣ ਕਿ ਭਾਈ ਤੁਸੀਂ 2 ਵਾਰੀ ਭਗਵੰਤ ਮਾਨ ਨੂੰ ਜਿਤਾਇਆ, ਇੱਕ ਵਾਰੀ 2 ਲੱਖ ਨਾਲ, ਇੱਕ ਵਾਰੀ 1 ਲੱਖ ਨਾਲ, ਤੁਹਾਨੂੰ ਉਹ ਬੰਦਾ ਠੀਕ ਲੱਗਦਾ ਹੈ, ਯੋਗ ਲੱਗਦਾ ਹੈ। ਦੂਸਰੀ ਗੱਲ, ਉਹ ਬੰਦੇ ਦਾ ਐਜ਼ ਏ ਮੈਂਬਰ ਪਾਰਲੀਮੈਂਟ ਕੰਮ ਕਰ ਠੀਕ ਹੈ, ਲੋਕ ਸਭਾ ਜਾਂਦਾ, ਮੁੱਦੇ ਚੁੱਕਦਾ, ਰੌਲਾ ਪਾਉਂਦਾ। ਤੀਸਰੀ ਗੱਲ, ਕੀ ਉਹ ਆਪਣੇ ਇਲਾਕੇ ਦੇ ਲਈ ਜਿਹੜਾ ਹੁਣ ਤੱਕ ਕੋਵਿਡ ਦੇ ਕਰਕੇ ਫੰਡ ਹੀ ਨਹੀਂ ਮਿਲਦਾ ਐਮਪੀ ਨੂੰ, ਬੰਦ ਹੀ ਕੀਤਾ ਹਾਲ ਦੀ ਘੜੀ ਕੰਮ, ਕਿ ਭਾਈ ਕੀ ਉਹ ਫੰਡ ਆਪਣੇ ਵਰਤਦਾ। ਤੀਸਰੀ ਗੱਲ, ਆਮ ਆਦਮੀ ਪਾਰਟੀ ਕਲੀਅਰ ਕਰੇ, ਛੋਟਾ ਦੋਸ਼ ਨਹੀਂ ਹੈ ਜੇ ਅਕਾਲੀ ਦਲ ਵਾਲੇ ਮਾਣਹਾਨੀ ਦਾ ਕੇਸ ਕਰ ਸਕਦੇ ਆ ਅਰਵਿੰਦ ਕੇਜਰੀਵਾਲ ਤੇ, ਤੁਹਾਡੇ ਤੇ ਦੋਸ਼ ਲੱਗਾ ਕਿ ਤੁਸੀਂ ਦਿੱਲੀ 'ਚ ਖੇਤੀ ਕਾਨੂੰਨ ਲਾਗੂ ਕੀਤੇ, ਜਿਹੜਾ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ। ਤੁਹਾਡੇ ਤੇ ਦੋਸ਼ ਲੱਗਾ ਕਿ ਤੁਸੀਂ SYL ਦੇ ਰਾਹੀਂ, ਦੇਖੋ SYL ਬਾਹਰ ਆ ਗਈ ਆ ਹੁਣ, SYL ਦਾ ਪਾਣੀ ਲਿਜਾਣ ਨੂੰ ਫਿਰਦੇ ਹੋ। ਤੁਹਾਡੇ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦੋਸ਼ ਲਾਇਆ ਕਿ ਪਰਾਲੀ ਵਾਲੇ ਮੁੱਦੇ ਤੇ ਕਿਸਾਨਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੇ ਧਾਰਨੀ ਨੇ ਕੇਜਰੀਵਾਲ ਸਾਹਿਬ। ਇਹ 3-4 ਮੁੱਦੇ ਜਿਹੜੇ ਆਮ ਆਦਮੀ ਪਾਰਟੀ ਕਲੀਅਰ ਕਰੇ, ਚੰਗੀ ਗੱਲ ਹੈ। ਜਦੋਂ ਵੱਡੇ ਲੀਡਰ ਆਪਸ 'ਚ ਲੜਦੇ ਆ ਤੇ ਲੋਕਾਂ ਨੂੰ ਬਹੁਤ ਸਾਰੀ ਭਾਨ ਉਹਦੇ ਵਿੱਚੋਂ ਖੜਕਦੀ ਨਜ਼ਰ ਆਉਂਦੀ ਹੈ। ਇਹ ਵੀ ਚੰਗੀ ਗੱਲ ਹੈ ਕਿ ਜਿਹੜੇ ਅਕਾਲੀ ਦਲ ਨੇ ਦੋਸ਼ ਲਾਏ ਆ, ਉਹਨਾਂ ਨੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਵੀ ਵਿੱਚ ਹੀ ਲੈ, ਬਲਵੀਰ ਸਿੰਘ ਸਿੱਧੂ ਮੰਤਰੀ ਵਿੱਚ ਹੀ ਲੈ, ਸਾਧੂ ਸਿੰਘ ਧਰਮਸੋਤ ਵਿੱਚ ਹੀ ਲੈ, ਰਾਣਾ ਗੁਰਮੀਤ ਸਿੰਘ ਸੋਢੀ ਵੀ ਵਿੱਚ ਹੀ ਲੈ, ਹੁਸ਼ਿਆਰਪੁਰ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਵਿੱਚ ਹੀ ਲਿਆ, ਆਸ਼ੂਰੀ ਵੀ ਲੈ, ਹਾਂਜੀ ਆਸ਼ੂਰੀ ਵੀ ਲੈ, ਕਿ ਭਾਈ ਇੰਨੇ ਮੰਤਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ। ਕਾਂਗਰਸੀ ਕਲੀਅਰ ਕਰਨ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਲਾਹਕਾਰ ਕਲੀਅਰ ਕਰਨ ਕਿ ਕੈਪਟਨ ਸਾਹਿਬ ਕਿੰਨੀ ਵਾਰੀ ਦਫ਼ਤਰ ਗਏ, ਕਿੰਨੀਆਂ ਉੱਥੇ ਹਾਜ਼ਰੀਆਂ ਲੱਗੀਆਂ, ਕਿਉਂਕਿ ਗੱਡੀ ਦੀ ਉਹ ਲੌਗ ਬੁੱਕ ਜੀ ਹੁੰਦੀ ਹੈ, ਜੇ ਸਰਕਾਰੀ ਗੱਡੀ ਜਾਂਦੇ ਹੋਣਗੇ ਉਹ ਭਰੀ ਹੋਣੀ ਹੈ। ਜੇ ਨਹੀਂ ਕਲੀਅਰ ਕਰਦੇ, ਜੇ ਚੁੱਪ ਰਹਿੰਦੇ ਆ ਕਿ ਭਾਈ ਠੀਕ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬੋਲਿਆ, ਕਲੀਅਰ ਕਰਨਾ ਪਊਗਾ ਕਿ ਭਾਈ ਜੇ ਚੁੱਪ ਰਹੋਗੇ ਤੇ ਦਾ ਮਤਲਬ ਲੋਕ ਸਮਝਣਗੇ ਦੋਸ਼ ਠੀਕ ਨੇ। ਨਹੀਂ, ਇਹ ਤਾਂ ਹੁਣ ਚਲੋ ਸਮਾਂ ਦੱਸੂਗਾ, ਕਿਉਂਕਿ 100 ਦਿਨ ਅਜੇ ਬਹੁਤ ਦੂਰ ਜਾ ਕੇ ਹੋਣਾ, 100 ਦਿਨਾਂ ਦੇ ਵਿੱਚ ਇੱਥੇ ਕਈ ਕੁਝ ਹੋਣਾ। ਪਰ ਇੰਨਾ ਜ਼ਰੂਰ ਹੈ ਵੀ
ਮਤਲਬ ਕੁੱਲ ਮਿਲਾ ਕੇ ਹੋ ਸਕਦਾ ਵੀ ਜਿਹੜੇ ਬੰਦੇ ਅੱਜ ਤੋਂ ਮੇਰਾ ਖਿਆਲ ਸਾਲ ਡੇਢ ਸਾਲ ਪਹਿਲਾਂ ਇਹ ਸੋਚਦੇ ਸੀ ਯਾਰ ਲੈ ਸ਼੍ਰੋਮਣੀ ਅਕਾਲੀ ਦਲ 'ਤੇ ਗਿਆ, ਭਾਵੇਂ ਜਿਵੇਂ ਮਰਜ਼ੀ ਕਹਿ ਲਈਏ ਉਹਨਾਂ ਟੱਕਰਾਂ ਮਾਰ ਕੇ ਇੱਕ ਤਰ੍ਹਾਂ ਨਾਲ, ਭਾਵੇਂ ਜਿਵੇਂ ਮਰਜ਼ੀ ਕਹਿ ਲਓ, ਮੁੱਖ ਧਾਰਾ 'ਤੇ ਲਿਆਂਦਾ ਨਾ ਵੀ ਨਹੀਂ ਵੀਰ ਇੱਦਾਂ ਕਿੱਦਾਂ ਭਲਵਾਨ ਦੇ ਉਦੋਂ ਥੋੜ੍ਹੀ ਜਿਹੀ ਗਿੱਟੇ 'ਤੇ ਸੱਟ ਲੱਗ ਗਈ, ਪਰ ਨਹੀਂ ਹੁਣ ਠੀਕ ਹੈ ਅੱਗੇ ਨਾਲ, ਹੁਣ ਲੰਗੋਟ ਬਣ ਕੇ ਆਊਗਾ ਇੱਕ ਰਾਂ ਖਾੜੇ 'ਚ, ਫਿਰ ਤੁਸੀਂ ਵੇਖਿਓ ਘੁਲਦਾ ਕਿੱਦਾਂ। ਅਤੇ ਮੈਨੂੰ ਲੱਗਦਾ ਵੀ ਇਹ ਵੀ ਜਾਪਦਾ ਵੀ ਕਿਤੇ ਨਾ ਕਿਤੇ ਬਹੁਤੇ ਸਿਆਸਤਦਾਨਾਂ ਨੂੰ ਇਹ ਜਾਪਣ ਲੱਗ ਪਿਆ ਵੀ ਸ਼ਾਇਦ ਇਹਨਾਂ ਦਾ ਦਾਅ ਲੱਗ ਜੀ। ਕਿਉਂਕਿ ਹੁਣ ਅਨਿਲ ਜੋਸ਼ੀ ਸਾਹਿਬ ਕਿੱਥੇ ਉਹ ਵੀ ਸਮਾਂ ਸੀ ਜਦੋਂ ਕਹਿੰਦੇ ਕੰਨ ਦੇ ਜਮਾ ਇੱਦਾਂ ਲਾਗੋਂ ਦੀ ਗੋਲੀ ਲੰਘੀ, ਵਾਹ ਕਿੰਨਾ ਵੱਡਾ ਝਗੜਾ ਪਿਆ ਸੀ, ਕਿੱਥੋਂ ਤੱਕ ਰੌਲਾ ਪਿਆ ਵੀ ਭਾਈ ਸਾਹਿਬ ਤੇਰਾ ਭਲਾ ਜੇ, ਉੱਤੋਂ ਦਾ 9 ਮਾਸ ਦਾ ਰਿਸ਼ਤਾ ਅਤੇ ਦੋਵਾਂ ਪਾਰਟੀਆਂ ਦੇ ਬੰਦੇ ਆਪਸ 'ਚ ਕਿੱਦਾਂ ਲੜਨ ਡਏ। ਉਦੋਂ ਉਹਨਾਂ ਨੂੰ ਅਕਾਲੀ ਦਲ ਤੋਂ ਮੇਰੇ ਖਿਆਲ ਨਾਲ ਕਾਫੀ ਕੁਛ ਰੋਸੇ ਵੀ ਸੀਗੇ, ਪਰ ਹੁਣ ਉਹ ਕਹਿੰਦੇ ਵੀ ਮੈਂ ਤੇ ਅਕਾਲੀ ਦਲ 'ਚ ਚੱਲਿਆ। ਸੰਧਾਲੀਆ ਸਾਹਿਬ, ਜੇ ਪੰਜਾਬ ਦੇ ਲੋਕਾਂ ਨੇ ਸਿਆਸੀ ਤੌਰ ਦੇ ਉੱਤੇ ਕੰਮ ਹੁੰਦਾ ਦੇਖਣਾ ਹੋਵੇ ਨਾ ਕਿ ਸਿਆਸਤ ਕਿੱਦਾਂ ਚੱਲਦੀ ਆ, ਕਿਹੜੀ ਆੜ ਦੇ ਵਿੱਚੋਂ ਦੀ ਪਾਣੀ ਮੁੜਦਾ, ਤੇ ਇਹ ਦੇਖ ਲਓ ਜੋਸ਼ੀ ਸਾਹਿਬ ਮੰਤਰੀ ਹੁੰਦੇ ਸੀ ਉਦੋਂ ਕਹਿੰਦੇ ਸੀ ਅਕਾਲੀ ਪੁੱਛਦੇ ਨਹੀਂ, ਸਾਡੇ ਵਰਕਰਾਂ ਦੇ ਕੰਮ ਨਹੀਂ ਕਰਦੇ। ਉਹਨਾਂ ਦੇ ਭਰਾ ਵਾਲਾ ਵੀ ਮਸਲਾ ਇੱਕ ਵਾਰੀ ਪਿਆ ਸੀ ਕਿ ਭਾਈ ਦੇਖੋ ਅਕਾਲੀ ਦਲ ਦੇ ਵਰਕਰ ਸਾਡੇ ਵਰਕਰਾਂ ਨੂੰ ਕੁੱਟਦੇ ਆ, ਸਾਡੇ ਵਰਕਰਾਂ ਨੂੰ ਮੀਟਿੰਗਾਂ 'ਚ ਨਹੀਂ ਸੱਦਦੇ, ਸਾਡੇ ਵਰਕਰਾਂ ਦੇ ਦਫ਼ਤਰਾਂ ਦੇ ਵਿੱਚ ਕੰਮ ਨਹੀਂ ਹੋਣ ਦਿੰਦੇ। ਉਦੋਂ ਦੀ ਗੱਲ ਹੈ ਉਹ ਗੋਲੀ ਵਾਲੀ। ਹਾਂ ਉਦੋਂ ਦੀ ਇੰਨਾ ਕੁ ਫਰਕ, ਕਿਉਂਕਿ ਮੈਂ ਇੰਨੇ ਨੇੜੇ ਨਹੀਂ ਸੀ ਨਾ, ਤੁਸੀਂ ਜਿੰਨਾ ਕੁ ਫਰਕ ਦੱਸਿਆ। ਨਹੀਂ ਮੈਂ ਨਹੀਂ, ਉਹਨਾਂ ਆਪ ਦੱਸਿਆ ਮੈਨੂੰ, ਆਪ ਦੱਸਿਆ ਇੰਨਾ ਹੀ ਫਰਕ ਹੈ, ਇੰਨਾ ਹੀ ਫਰਕ ਸੀ। ਹੁਣ ਉਹੀ ਜੋਸ਼ੀ ਸਾਹਿਬ ਚੱਲੇ ਆ। ਪਹਿਲਾਂ ਕੀ ਲੱਗਦਾ ਸੀ ਕਿ ਅਨਿਲ ਜੋਸ਼ੀ ਸਾਹਿਬ, ਕਿਉਂਕਿ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਭਾਜਪਾ ਛੱਡੀ, ਪਹਿਲੀ ਗੱਲ ਇਹ ਗੱਲ ਵਧੀਆ, ਇਹਦੇ ਲਈ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ। ਮੈਨੂੰ ਸੀਗਾ ਕਿ ਉਹ ਕਿਤੇ ਰੁਲ ਨਾ ਜਾਵੇ ਗੱਲ। ਦੂਸਰੀ ਗੱਲ, ਉਹਦੇ ਤੋਂ ਬਾਅਦ ਚਰਚਾ ਸੀ ਕਿ ਆਮ ਆਦਮੀ ਪਾਰਟੀ ਜਾਣਗੇ, ਫਿਰ ਚਰਚਾ ਸੀ ਕਿ ਜਿਹੜੇ ਹਲਕੇ ਨੂੰ ਉਹ ਬਿਲੋਂਗ ਕਰਦੇ ਆ, ਜਿਹੜਾ ਹਲਕਾ ਉਹਨਾਂ ਦਾ ਆਪਣਾ ਵਿਧਾਨ ਸਭਾ ਦਾ, ਉਸੇ ਹਲਕੇ ਤੋਂ ਤਾਂ ਥਾਪੀਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਵੀ ਮਾਰਦੇ ਆ, ਉਹ ਵੀ ਆਮ ਆਦਮੀ ਪਾਰਟੀ ਚੋਂ ਨੇ। ਫਿਰ ਗੱਲ ਕਿੱਧਰ ਨੂੰ ਜਾਊਗੀ? ਪੰਗਾ ਵੀ ਬਹੁਤ ਰਿਹਾ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਸੀ, ਪਰ ਹੁਣ ਆਸ਼ੂ ਸਾਹਿਬ ਦਾ ਮਸਲਾ ਤਾਂ ਖੜਾ ਹੀ ਖੜਾ, ਕਿਉਂਕਿ ਲੁਧਿਆਣੇ ਦੇ ਵਿੱਚੋਂ ਕੀ ਹੋਇਆ ਸੀ, ਪਿਛਲੇ ਦਿਨੀ ਗਏ ਸੀ ਅਨਿਲ ਜੋਸ਼ੀ ਸਾਹਿਬ, ਉਹਨਾਂ ਨੇ ਉੱਥੋਂ ਜਾ ਕੇ ਕਿਹਾ ਸੀ ਕਿ ਬਾਕੀ ਪਾਰਟੀਆਂ ਦੇ ਕੁਝ ਬੰਦੇ ਤਾਂ ਹੈਗੇ ਆ, ਮੇਰੀ ਆਪ ਦੀ ਪੁਰਾਣੀ ਭਾਰਤੀ ਜਨਤਾ ਪਾਰਟੀ ਦੇ 2 ਲੀਡਰ ਮੇਰੇ ਨਾਲ ਜਾਣਗੇ। ਹੁਣ ਅਸ਼ਵਨੀ ਸ਼ਰਮਾ ਸਾਹਿਬ ਲੁਧਿਆਣੇ ਗਏ, 2 ਬੰਦੇ ਸੀ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇ, ਤੁਸੀਂ ਜੋਸ਼ੀ ਸਾਹਿਬ ਦੀ ਮੀਟਿੰਗ 'ਚ ਕਿਉਂ ਗਏ? ਉਹ ਕਹਿੰਦੇ ਜੀ ਗਏ। ਹੁਣ ਜਦੋਂ 20 ਤਰੀਕ ਨੂੰ ਪ੍ਰੋਗਰਾਮ ਹੋਣਾ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ, ਤੇ ਜਦੋਂ ਜੋਸ਼ੀ ਸਾਹਿਬ ਸ਼ਾਮਲ ਹੋਣਗੇ, ਇਕੱਲੇ ਉਹ ਨਹੀਂ ਸ਼ਾਮਲ ਹੋਣਗੇ, ਲੁਧਿਆਣੇ ਵਾਲੇ ਲੀਡਰ, ਤੁਹਾਨੂੰ ਯਾਦ ਹੋਣਾ ਮਾਝੇ ਦੇ ਵਿੱਚ ਪਠਾਨਕੋਟ ਉਰਲੇ ਪਾਸੇ, ਪਠਾਨਕੋਟ ਦੇ ਪੈਰਾਂ ਦੇ ਵਿੱਚ ਕਈ ਹੋਰ ਹਲਕੇ ਆ, ਉਧਰਲੇ ਪਾਸੇ ਵੀ ਚੱਕਰ ਮਾਰਿਆ ਸੀ। ਇੱਕ ਲੰਬਾ ਚੌੜਾ ਲਾਮ ਲਸ਼ਕਰ ਭਾਰਤੀ ਜਨਤਾ ਪਾਰਟੀ ਦਾ ਹੋ ਸਕਦਾ ਕਿ ਜੋਸ਼ੀ ਸਾਹਿਬ ਦੇ ਨਾਲ ਹੀ ਉਧਰਲੇ ਪਾਸੇ ਨੂੰ ਜਾਵੇ। ਚੇਤੇ ਤੇ ਵੀ ਰੱਖੀਏ, ਇਹ ਸੀਟਾਂ ਪਹਿਲਾਂ ਭਾਜਪਾ ਕੋ ਹੁੰਦੀਆਂ ਸੀ, ਅਕਾਲੀ ਦਲ ਨੂੰ ਉਮੀਦਵਾਰ ਵੀ ਤਾਂ ਚਾਹੀਦੇ ਆ। ਨਹੀਂ ਉਮੀਦਵਾਰ ਚਾਹੀਦੇ ਆ। ਦੂਜੀ ਗੱਲ ਇਹ ਵੀ ਹੈ, ਦੇਖੋ ਹੁਣ ਅਕਾਲੀ ਦਲ ਨੇ ਜਿੱਦਾਂ ਦੂਜੇ ਪਾਸੇ ਬੰਦੇ ਲਿਆਂਦੇ, ਤੇ ਅਕਾਲੀ ਦਲ ਦੇ ਆਪਣੇ ਬੰਦੇ ਕਹਿੰਦੇ ਵੀ ਸੁਖਬੀਰ ਬਾਦਲ ਨੇ ਨਾ ਮੇਰੀ ਪੱਗ ਨੂੰ ਦਾਗ ਲਾਇਆ ਹੀ, ਵਿਸਾਹ ਘਾਤ ਕੀਤਾ ਉਹਨੇ ਮੇਰੇ ਨਾਲ। ਜਿਹੜੇ ਬੰਦੇ ਨੇ ਕਿਹਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਕੱਲ ਦਾ। ਮੈਨੂੰ ਇਹ ਲੱਗਦਾ ਵੀ ਉਸ ਸ਼ਹਿਰ ਉਹਨਾਂ ਨੇ ਫਿਰ ਜਾਣਾ। ਕਿਵੇਂ? ਕਿਉਂਕਿ ਉੱਥੇ ਵੀ ਇੱਕ ਬੰਦਾ ਹੈਗਾ ਜਿਹਨੇ ਜੋਸ਼ੀ ਸਾਹਿਬ ਦੇ ਨਾਲ ਸਾਥ ਦਿੱਤਾ ਹੈ, ਉਮੀਦਵਾਰ ਤੇ ਉਹਨਾਂ ਨੂੰ ਵੀ ਚਾਹੀਦਾ। ਹੁਣ ਹੋ ਸਕਦਾ ਵੀ ਜੇ ਜੋਸ਼ੀ ਸਾਹਿਬ ਤੋਂ ਸ਼ੁਰੂਆਤ ਹੋਵੇ, ਇੱਕ ਹੀ ਦਿਨ ਹੀ ਸਰੋਪੇ ਪਾ ਦੇਣ ਸਾਰਿਆਂ ਨੂੰ, ਜਾਂ ਫਿਰ ਵਾਰੀ ਪੈਣ, ਇੱਕ ਨੂੰ ਅੰਮ੍ਰਿਤਸਰ ਪਵੇ, ਇੱਕ ਨੂੰ ਜਲੰਧਰ ਜਾ ਕੇ ਸਰੋਪਾ ਪਵੇ। ਇੱਕ ਪੰਗਾ ਹੋਰ ਵੀ ਹੋ ਸਕਦਾ, ਇੱਧਰ ਅੰਮ੍ਰਿਤਸਰ ਆ, ਵਿਚਾਲੇ ਜਲੰਧਰ ਆ, ਉਹ ਪਰਲੇ ਪਾਸੇ ਫਿਰੋਜ਼ਪੁਰ ਪੈਂਦਾ। ਹੁਣ ਫਿਰੋਜ਼ਪੁਰ ਸ਼ਹਿਰੀ ਸੀਟ ਭਾਰਤੀ ਜਨਤਾ ਪਾਰਟੀ ਦੇ ਖਾਤੇ 'ਚ ਆਉਂਦੀ ਸੀ, ਅਕਾਲੀ ਭਾਜਪਾ ਗੱਠਜੋੜ, ਸੁਖਪਾਲ ਸਿੰਘ ਨੰਨੂ ਉੱਥੋਂ ਹੁੰਦੇ ਰਹੇ। ਹੁਣ ਸੁਖਪਾਲ ਸਿੰਘ ਨੰਨੂ ਜਿਹੜੇ ਆ, ਉਹਨਾਂ ਦਾ ਹਿਸਾਬ ਕਿਤਾਬ ਕੀ ਹੈ? 3 ਵਾਰੀ ਉਹਨਾਂ ਦੇ ਫਾਦਰ ਸਾਹਿਬ MLA ਰਹੇ ਭਾਰਤੀ ਜਨਤਾ ਪਾਰਟੀ, 1967 ਤੋਂ ਨਾਲ ਜੁੜੇ, ਪੁਰਾਣੀ ਨਾਂ ਹੋਰ ਹੁੰਦਾ ਸੀ। 4 ਵਾਰੀ ਟਿਕਟ ਇਹਨਾਂ ਨੂੰ ਮਿਲੀ, 2 ਵਾਰੀ ਇਹ ਵੀ MLA ਰਹੇ। ਉਹਨਾਂ ਨੇ ਆਪਣੀ ਪਾਰਟੀ ਨੂੰ ਅਲਟੀਮੇਟਮ ਦਿੱਤਾ, ਕਹਿੰਦੇ ਕਾਨੂੰਨ ਤਾਂ ਕਾਲੇ ਹੀ ਆ ਖੇਤੀਬਾੜੀ ਦੇ, ਕਾਨੂੰਨ ਨਹੀਂ ਠੀਕ ਹੈਗੇ, ਪਾਰਟੀ ਸੁਣਦੀ ਨਹੀਂ, ਸਾਡੀ ਪਾਰਟੀ ਦੀ ਸੂਬੇ ਵਾਲੀ ਲੀਡਰਸ਼ਿਪ ਕੇਂਦਰ ਨੂੰ ਚੰਗੀ ਤਰ੍ਹਾਂ ਦੱਸਦੀ ਨਹੀਂ। ਮੈਂ ਅਲਟੀਮੇਟਮ ਦੇਤਾ ਕਿ ਭਾਈ ਕੁਛ ਨਾ ਕੁਛ ਤੁਹਾਨੂੰ ਸਪਸ਼ਟ ਕਰਨਾ ਪਊਗਾ, ਨਹੀਂ ਤਾਂ ਮੈਂ ਅੱਜ ਸਮਰਥਕਾਂ ਦੀ ਬੈਠਕ ਬੁਲਾ ਲਈ ਹੈ। 20 ਅਜੇ ਲੇਟ ਹੈ, ਮੈਨੂੰ ਨਹੀਂ ਪਤਾ ਉਹਨਾਂ ਨੇ ਕਿੱਧਰਲੇ ਪਾਸੇ ਜਾਣਾ ਹੈ। ਪਰ ਪਹਿਲਾਂ ਮਾਲਵਿੰਦਰ ਸਿੰਘ ਕੰਗ ਹੋਰੀ ਭਾਜਪਾ ਦੇ ਸੂਬਾ ਜਨਰਲ ਸਕੱਤਰ, ਉਹਦੇ ਤੋਂ ਬਾਅਦ ਫਿਰ ਆਪਾਂ ਦੇਖ ਲਿਆ ਕਿ ਭਾਈ ਅਨਿਲ ਜੋਸ਼ੀ ਸਾਹਿਬ ਵਿੱਚ ਹੋਰ ਸਾਬਕਾ ਕੇਂਦਰੀ ਕੈਬਨਿਟ ਮੰਤਰੀ KD ਭੰਡਾਰੀ ਸਾਹਿਬ ਵੀ ਬੋਲੇ, ਮਾਸਟਰ ਮੋਹਨ ਲਾਲ ਹੋਰੀ ਵੀ ਬੋਲੇ, ਉਹਦੇ ਤੋਂ ਬਾਅਦ ਉਹ ਵੀ ਮੰਤਰੀ। ਹੁਣ ਸੁਖਪਾਲ ਸਿੰਘ ਨੰਨੂ ਉਹ ਪਾਰਲੀਮਾਨੀ ਸੈਕਟਰੀ ਰਹੇ ਆ। ਹੁਣ ਜਦੋਂ ਇਹ ਸਾਰੇ ਬੰਦੇ ਹੌਲੀ ਖਿਸਕਣ ਲੱਗ ਪਏ, ਬਠਿੰਡੇ ਦਾ ਇੱਕ ਸਾਬਕਾ ਯੂਥ ਪ੍ਰਧਾਨ ਜਿਹੜਾ, ਉਹਨੂੰ ਵੀ ਪਾਰਟੀ ਤੋਂ ਸੱਜੇ ਖੱਬੇ ਕਰਤਾ ਕਿ ਭਾਈ ਤੂੰ ਬੋਲਿਆ ਕਿਉਂ। ਸੋ ਕਿਤੇ ਨਾ ਕਿਤੇ ਕਾਟ ਲੱਗੂਗੀ। ਮੈਨੂੰ ਇਹ ਸਮਝ ਆਈ ਵੀ ਇਹਨਾਂ ਸਾਰੇ ਲੀਡਰਾਂ ਨੇ ਜਿੰਨੇ ਛੱਡ ਕੇ ਗਏ ਨੇ, ਇਹਨਾਂ ਨੇ ਇੱਕ ਲਾਈਨ ਬਿਲਕੁਲ ਉਹੀ ਬੋਲੀ, ਪਰ ਉਹਦੇ ਵਾਲੇ ਪਾਸੇ ਤੱਕ BJP ਵਾਲੇ ਨਹੀਂ ਆਉਂਦੇ। ਉਹ ਲਾਈਨ ਸੀ ਕਿ ਪਿੰਡਾਂ 'ਚ ਸਾਡੇ ਬੂਥ ਨਹੀਂ ਲੱਗਣੇ। ਇਹ ਨੰਨੂ ਰਵੀ ਇਹੀ ਗੱਲ ਕੀ ਕਹਿੰਦੇ, ਪਿੰਡਾਂ 'ਚ ਸਾਡਾ ਬੂਥ ਨਹੀਂ ਲੱਗਣ ਦੇਣਾ ਕਿਸੇ ਨੇ, ਮਹਾਰਾਜ ਤੁਸੀਂ ਤੇ ਹੋਰ ਕੋਈ 117 ਸੀਟਾਂ ਜਿੱਤਣ ਦੀਆਂ ਗੱਲਾਂ ਕਰਦੇ ਹੋ। ਹੁਣ ਇਹ ਨਹੀਂ ਸਮਝ ਆਈ ਵੀ ਜਿਹੜੇ ਜ਼ਮੀਨ ਤੇ ਵਿਚਰਨ ਵਾਲੇ ਲੀਡਰ ਨੇ, ਉਹਨਾਂ ਕੋਲ ਜਾਂ ਤਾਂ ਐਨਕਾਂ 'ਚ ਫਰਕ ਪੈ ਗਿਆ ਵੀ ਜਿਹੜੀ ਚੀਜ਼ ਉਹਨਾਂ ਨੂੰ ਨਜ਼ਰ ਆਉਂਦੀ ਉਹ ਬਾਕੀਆਂ ਨੂੰ ਉੱਪਰਲਿਆਂ ਨੂੰ ਨਜ਼ਰ ਨਹੀਂ ਆਉਂਦੀ,
ਜਾਂ ਫਿਰ ਅਜੇ ਹੌਲੀ ਹੌਲੀ ਐਨਕ ਆਉਂਦੇ ਨੇ ਵੀ ਉਹ ਯਾਰ ਫਲਾਣੇ ਨੇ ਵੇਖਿਆ ਹੀ, ਅੱਛਾ ਉਹ ਕਿਸੇ ਵੇਲੇ ਹੁੰਦਾ ਨਾ ਯਾਰ ਤੇਰੀ ਕਿਦਾਂ, ਉਹਨਾਂ ਵਿਖਾਈ ਮੈਂ ਯਾਰ ਲਾ ਕੇ ਵੇਖਾਂ। ਉਹ ਜਦੋਂ ਐਨਕ ਵਟਾਉਂਦੇ ਫਿਰ ਪਤਾ ਲੱਗਦਾ ਉਹ ਤੇਰਾ ਭਲਾ ਜੇ ਆ ਤੇ ਕੁਝ ਹੋ ਰਹੀ ਹੈ। ਮੈਨੂੰ ਲੱਗਦਾ ਵੀ ਇਹ ਜਿਵੇਂ ਜਿਵੇਂ ਐਨਕ ਵਟਦੀ ਗਈ ਤੇ ਜੇ 5-4 ਮਹੀਨਿਆਂ 'ਚ ਐਨਕ ਵਾਹਵਾ ਲੋਕਾਂ ਨੇ ਉਹ ਲਾ ਕੇ ਵੇਖ ਲਈ ਤੇ ਇਹ ਨਾ ਹੋਵੇ ਵੀ ਜਿੱਦਣ ਕਿਤੇ ਉਧਰੋਂ ਰੈਲੀ ਰੱਖਣ ਵੀ ਹਾਂਜੀ ਆਮ ਫਿਰ ਆਪ ਪੰਜਾਬ ਮੇਂ ਜਾਏਂਗੇ, ਉਹ ਕਹਿੰਦੇ ਰਹਿਣ ਦੇ ਉੱਥੇ ਹੈ ਨਹੀਂ ਕੋਈ ਆਪਣਾ ਬੰਦਾ ਹੁਣ। ਹੈਗੇ ਆ ਬੀਬੀ ਅਮਨਜੋਤ ਕੌਰ ਰਾਮੂ ਵਾਲੀਆ ਹੈਗੇ ਤਾਂ ਰਾਮੂ ਵਾਲੇ ਸਾਹਿਬ ਦੀ ਬੇਟੀ, ਜਿਹੜੇ ਉਹ ਕਹਿੰਦੇ ਸੀ ਮੇਰੇ ਤੋਂ ਪੁੱਛ ਕੇ ਨਹੀਂ ਗਏ, ਉਹਨਾਂ ਨੇ ਹੁਣ ਬਿਆਨ ਦਿੱਤਾ। ਕੀ ਕਹਿੰਦੇ? ਉਹ ਕਹਿੰਦੇ ਮੈਂ ਬਹੁਤ ਸੋਚ ਵਿਚਾਰ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜ਼ਿਕਰ ਕੀਤਾ, ਗੁਰੂ ਸਾਹਿਬਾਨਾਂ ਦਾ, ਕਿ ਭਾਰਤੀ ਜਨਤਾ ਪਾਰਟੀ ਦੇ ਤਾਂ ਦਫ਼ਤਰਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀ ਇੱਜ਼ਤ ਹੀ ਬਹੁਤ ਹੈ, ਸਤਿਕਾਰ ਬਹੁਤ ਕਰਦੇ ਆ। ਫਿਰ ਉਹਨੇ ਇਹ ਵੀ ਕਿਹਾ, ਉਹ ਕਹਿੰਦੇ ਮੈਂ ਐਵੇਂ ਨਹੀਂ, ਬਹੁਤ ਸੋਚ ਵਿਚਾਰ ਕੇ ਖੇਤੀਬਾੜੀ ਕਾਨੂੰਨਾਂ ਵਾਲੇ ਮੁੱਦੇ ਨੂੰ ਅਸੀਂ ਹੱਲ ਕਰਾਉਣਾ ਹੈ ਤੇ ਵਿੱਚ ਗਿਆ ਬਿਨਾਂ ਨਹੀਂ ਸੀ ਹੱਲ ਹੋਣਾ। ਅੱਛਾ ਹਾਂ, ਜਾਣੀ ਤੁਸੀਂ ਕਹਿੰਦੇ ਸਵਾਗਤ ਕਰਨ ਵਾਲੇ ਹੈ ਨਹੀਂ, ਭਾਵੇਂ ਇਕੱਲੇ ਹੀ ਕਰਨ। ਨਹੀਂ ਫਿਰ ਇਹ ਨੰਬਰ ਲੱਭੀ ਇਹਨਾਂ ਦਾ ਆਪਣਾ, ਜਿਹੜੇ ਬੰਦੇ ਚੱਲੇ ਆ ਇਹਨਾਂ ਨੂੰ ਕਿਤੇ ਪਤਾ ਨਹੀਂ ਲੱਗਾ, ਆਪਾਂ ਹੀ ਦੱਸ ਦਿਓ ਭਲੇ ਉਹ ਉਧਰ ਤੇ ਕੰਮ ਹੋ ਚੱਲਿਆ, ਤੁਸੀਂ ਐਵੇਂ ਪਾਰਟੀ ਛੱਡੀ ਜਾਂਦੇ। ਤੁਹਾਨੂੰ ਕੰਮ ਹੀ ਨਹੀਂ ਕਰਨਾ ਆਇਆ, ਹੁਣ ਬੀਬੀ ਜੀ ਕਰਕੇ ਦਿਖਾਉਣਗੇ। ਚਲੋ ਇਹ ਤਾਂ ਰਾਮੂ ਵਾਲੇ ਸਾਹਿਬ ਨੂੰ ਦੱਸਣਗੇ ਕਿ ਨਹੀਂ? ਨਹੀਂ ਉਹ ਨਹੀਂ ਪਤਾ ਮੈਨੂੰ। ਅੱਛਾ ਨਹੀਂ ਉਹ ਨਹੀਂ ਬੜਾ ਔਖਾ। ਦੇਖੋ ਜੀ ਕਾਰਨ ਹੈ ਇਹ ਪੰਜਾਬ ਦੀ ਸਿਆਸਤ ਹੈ। ਅਸੀਂ ਇੱਥੇ ਬਹਿ ਕੇ ਤਾਂ ਤੁਹਾਡੇ ਨਾਲ ਇਦਾਂ ਗੱਲਾਂ ਕਰ ਲੈਂਦੀਆਂ ਵੀ ਤੁਸੀਂ ਐਟਲੀਸਟ ਇੱਕ ਤਸਵੀਰ, ਇੱਕ ਪਿਕਚਰ ਜ਼ਰੂਰ ਆਪਣੇ ਦਿਮਾਗ 'ਚ ਬਣਾ ਲਓ ਕਿ ਵੀ ਲੀਡਰ ਕਰਦੇ ਕੀ ਨੇ। ਇਹਦੋਂ ਪਹਿਲਾਂ ਹੁੰਦਾ ਕੀ ਸੀ ਵੀ ਆਪਾਂ ਨੂੰ ਕਿਸੇ ਵੇਲੇ ਹੁੰਦਾ ਵੀ ਕੋਈ ਖਬਰ ਚੇਤੇ ਭੁੱਲ ਜਾਂਦੀ, ਕੋਈ ਰਹਿ ਜਾਂਦੀ, ਸਾਨੂੰ ਹੁੰਦਾ ਵੀ ਇਹ ਸਾਰੀਆਂ ਚੇਤੇ ਕਰਕੇ ਤੁਹਾਡੀ ਥਾਲੀ 'ਚ ਰੱਖ ਦੇਣੀਆਂ, ਡਿਸੀਜਨ ਤੁਸੀਂ ਆਪੇ ਲੈ ਲੈਣਾ, ਤੁਹਾਡੀ ਮਰਜ਼ੀ ਅੱਗੇ, ਸਾਡਾ ਕੰਮ ਨਿਬੜ ਜਾਂਦਾ ਹੀ ਵੀ ਕੀ ਕਰਨਾ ਕੀ ਨਹੀਂ ਕਰਨਾ। ਹਾਂ, ਪਰ ਇੰਨੀ ਗੱਲ ਹੈਗੀ ਆ, ਅਕਾਲੀ ਦਲ ਦਾ 127 ਪੰਨਿਆਂ ਦਾ ਜਿਹੜਾ ਤੁਹਾਡੇ ਕੋਲੇ ਕਿਤਾਬ 'ਚ ਆਉਣਾ, ਕਿਤਾਬ ਆਉਣੀ ਹੈ, ਜਨਤਕ ਚਾਰਜ ਸ਼ੀਟ ਹੈ ਸਰ, ਨਾਂ ਪੂਰਾ ਲਓ। ਹਾਂ, ਉਹਨੂੰ ਸਾਂਭ ਕੇ ਰੱਖ ਲੈਣਾ ਹੀ। ਮੁੜ ਕੇ ਕਾਂਗਰਸੀ ਆਉਣ ਕੇ ਉਹਨਾਂ ਵਾਲਾ ਵੀ ਸਾਂਭ ਕੇ ਰੱਖ ਲੈਣਾ, ਆਮ ਆਦਮੀ ਪਾਰਟੀ ਵਾਲਾ ਵੀ, ਜਿਹਦੀ ਸਰਕਾਰ ਬਣ ਗਈ ਫਿਰ ਉਹਨੂੰ ਪੁੱਛਾਂਗੇ। ਹਾਂ, ਇਹ ਬਹੁਤ ਜ਼ਰੂਰੀ ਹੈ। ਜਿੱਥੇ ਰੱਖੀ ਨਾ ਫਰਦ, ਜੇ ਕੋਈ ਮਰਲਾ ਮੁਰਲਾ ਕਿਤੇ ਖਰੀਦਿਆ ਉੱਥੇ ਹੀ, ਜਿੱਥੇ ਨਿਆਣਿਆਂ ਦੇ ਬਰਥ ਸਰਟੀਫਿਕੇਟ ਰੱਖੇ ਉੱਥੇ ਹੀ ਰੱਖਣਾ। ਇਹ ਮਤਲਬ ਜ਼ਰੂਰ ਖਿਆਲ ਰੱਖਣਾ ਵੀ ਮਤਲਬ ਇਹ ਕਿਤੇ ਵੀ ਸੁਆਣੀ ਦੇ ਹੱਥ 'ਚ ਨਾ ਆ ਜਾਣ ਕਾਗਜ਼, ਕਿਉਂਕਿ ਕਿਤੇ ਪਤਾ ਲੱਗੇ ਵੀ ਉਹ ਵੀ ਰੱਦੀ ਦੇ ਨਾਲ ਹੀ ਵੇਚਦੇ। ਹਾਂ, ਨਹੀਂ ਕਈ ਵਾਰ ਇਹ ਵੀ ਹੁੰਦਾ, ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਚੁੱਲ੍ਹੇ 'ਚ ਪਾਵਾਂ, ਪਤਾ ਨਹੀਂ ਕਾਗਜ਼ ਕਾਹਦੇ ਪਏ ਆ। ਕਮਲੀਆਂ ਗੱਲਾਂ ਕਰਦੇ, ਚੁੱਲ੍ਹੇ 'ਚ ਕਿਉਂ ਪਾਉਣਾ? ਇੱਕ ਘਰੋਂ ਵੇਖ ਗਿਆ ਨਾ ਸ਼ਾਮ ਨੂੰ ਸਰਦਾਰ ਜੀ ਨੂੰ, ਆਹ ਦੇਖੋ ਫਿਰ ਕਿੱਦਾਂ ਲੱਗਾ ਕੱਪ, ਆਹ ਦੇ ਸੋਹਣਾ ਬੜਾ ਹੀ, ਕਦੋਂ ਲਿਆਈ ਆ ਤੂੰ? ਗਈ ਤੇ ਨਹੀਂ ਕਿਤੇ। ਮੈਂ ਕਿੱਥੇ ਗਈ, ਅਕਵਾੜੀ ਆਇਆ ਇਹ, ਫੇਰ ਉਹ ਫਿਰ ਮਰਦੀ ਜੀ ਵੇਚੀ ਤੁਹਾਡੀ ਅੱਜ, ਉਹਦੇ ਕੱਪ ਉਹਨੂੰ ਨਾ ਚਾਹ ਲੰਘਣੀਆਂ ਨਾ। ਨਹੀਂ ਕਈ ਵਾਰੀ ਇਦਾਂ ਵੀ ਹੁੰਦਾ ਸੀ, ਅੱਗੇ ਨਾ ਕੱਚ ਦੀਆਂ ਗਲਾਸੀਆਂ ਛੋਟੀਆਂ ਛੋਟੀਆਂ ਜਿਹੜੀਆਂ ਅੱਗੇ ਭਾਈਆਂ ਨੂੰ ਦੇ ਕੇ ਨਿਆਣੇ ਦੀ ਰੱਦੀ ਜੀ ਪੁਰਾਣੀ ਤੋਂ ਲੈ ਲੈਣੀਆਂ, ਕੇਰੀ ਚਾਹ ਜ਼ਿਆਦਾ ਗਨ ਪਾਉਣੀ, ਥੱਲਾ ਥੱਲੇ ਰਹਿ ਜਾਣਾ। ਸੋ ਇਹ ਸਾਰੇ ਕੁਝ ਦੇ ਵਿੱਚ ਆਪਣਾ ਹਾਲਾਤ ਜਿਹੜੇ ਆਪਾਂ ਦੱਸਦੇ ਪਏ ਆ, ਤੇ ਸਾਰੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਪਹਿਲਾਂ ਰਾਜਪਾਲ ਸਾਹਿਬ ਕੋਲ ਜਾਣਾ। ਆਹੋ ਯਾਰ ਇਹ ਨਹੀਂ ਸਮਝ ਆਈ ਵੀ ਰਾਜਪਾਲ ਸਾਹਿਬ ਕੋਲ ਬੜਾ ਜਾਂਦੇ ਅੱਜ ਕੱਲ੍ਹ। ਨਹੀਂ ਦੇਖੋ ਉਹਨਾਂ ਦੀ ਤਾਂ ਇਹ ਨਹੀਂ ਸਮਝ, ਰਾਜਪਾਲ ਸਾਹਿਬ ਐਡਾ ਟਾਈਮ ਦੇ ਦਿੰਦੇ ਨੇ ਵੀ ਆ ਜਾਓ ਯਾਰ, ਕੋਈ ਗੱਲ ਨਹੀਂ, ਵਿਹਲੇ ਕੋਈ ਗੱਲ ਨਹੀਂ, ਆਓ ਗੱਲਾਂ ਕਰਦੇ ਆ, ਚਾਹ ਪੀਨੇ ਆ ਹੈਨਾ, ਚਾਹ ਧਰੀ ਆ, ਪਾਣੀ ਹੋਰ ਪਵਾ ਲੈਨੇ ਆ, ਵੀ ਆਓ ਯਾਰ ਏਡੀ ਕਿਹੜੀ ਗੱਲ ਨਹੀਂ। ਪਰ ਕੁੱਲ ਮਿਲਾ ਕੇ ਚਲੋ ਜਿਵੇਂ ਵੀ ਆ ਵਧੀਆ ਗੱਲ ਹੈ। ਅਗਲੀ ਵਿਰੋਧੀ ਧਿਰ ਦੇ ਮੈਂਬਰ ਨੇ ਜਾਂ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਰਾਜਪਾਲ ਸਾਹਿਬ ਸੰਵਿਧਾਨਕ ਮੁਖੀ ਨੇ ਇੱਕ ਤਰ੍ਹਾਂ ਦੇ ਰਾਜ ਦੇ, ਤੇ ਫਿਰ ਉਹਨਾਂ ਕੋਲ ਜਾ ਕੇ ਗੱਲ ਤੇ ਕਰਨੀ ਚਾਹੀਦੀ। ਜਿਹੜਾ ਮੁੱਦਾ ਉਹਨਾਂ ਚੱਕਿਆ ਉਹ ਤੇ ਅੱਛਾ ਨਹੀਂ, ਜੇ ਕੋਈ ਮੰਨੇ ਤਾਂ ਨਹੀਂ, ਮੰਨੇ ਕਿਉਂ ਨਾ। ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਤਾਂ ਇਹਦੇ ਲਈ ਵਧਾਈ ਦੀ ਪਾਤਰ ਹੈ ਕਿ ਮੁੱਦਾ ਚੁੱਕਿਆ। ਹੁਣ ਮੁੱਦਾ ਚੁੱਕਣ ਲਈ ਚੁੱਕਿਆ ਕਿ ਸੱਚੀ ਚੁੱਕਿਆ, ਉਹ ਬਾਅਦ ਦੀ ਗੱਲ ਹੈ। ਨਹੀਂ ਪਰ ਮੈਨੂੰ ਲੱਗਦਾ ਇਹ ਚੁੱਕਿਆ ਰਹਿਣਾ ਹੈ, ਕਿਸੇ ਨੇ ਹੋਰ ਧਰੂਣਾ ਨਹੀਂ ਇਹਨਾਂ ਕੋਲ, ਕਿਉਂਕਿ ਜੇ ਕੋਈ ਹੋਰ ਧਰੂ ਗਿਆ ਤੇ ਉਹਨੂੰ ਨੁਕਸਾਨ ਹੈ, ਉਹ ਆਪ ਧਰੂਏ ਜਾਣੇ ਆ। ਹੁਣ ਦੇਖੋ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਸਿੰਘ ਚੀਮਾ ਗਏ, ਬਾਕੀ ਵਿਧਾਇਕ ਗਏ, ਮੀਤ ਹੇਰ ਹੋਰੀ ਗਏ, ਸਾਰੇ ਬੰਦੇ MLA ਜਿੰਨੇ ਆ, ਉਹਨਾਂ ਨੇ ਜਾ ਕੇ ਰਾਜਪਾਲ ਸਾਹਿਬ ਹੋਰਾਂ ਨੂੰ ਕਿਹਾ ਕਿ ਦੇਖੋ ਜੀ ਸਾਡਾ ਇੱਕ ਇਤਰਾਜ਼ ਆ। ਇਤਰਾਜ਼ ਕੀ ਹੈ? ਉਹ ਕਹਿੰਦੇ ਜੀ ਜਿੰਨੇ ਕਰਮਚਾਰੀ ਨੇ ਸਰਕਾਰੀ ਕੰਮ ਪਹਿਲਾਂ ਵੀ ਕਰਦੇ ਸੀ ਤੇ 2004 ਤੋਂ ਬਾਅਦ ਵੀ ਕਰਦੇ ਆ, ਨੀਤੀ ਬਣਾਤੀ ਕਿ ਨਹੀਂ ਜੀ 2004 ਤੋਂ ਬਾਅਦ ਪਿਲਸਣ ਨਹੀਂ ਲੱਗਣੀ। ਉਹ ਕਹਿੰਦੇ ਆਮ ਬੰਦੇ ਨੂੰ ਭੁੱਖ ਨਹੀਂ ਲੱਗਦੀ, ਆਮ ਬੰਦੇ ਦੇ ਨਿਆਣੇ 2004 ਤੋਂ ਬਾਅਦ ਰੋਟੀ ਖਾਣੋਂ ਹਟ ਗਏ, ਜਾਂ ਉਹਨਾਂ ਨੂੰ ਦਵਾਈ ਨਹੀਂ ਲੈਣੀ ਪੈਂਦੀ, ਜਾਂ ਉਹਨਾਂ ਨੂੰ ਕੱਪੜੇ ਨਹੀਂ ਪਾਉਣੇ ਪੈਂਦੇ, ਉਹਨਾਂ ਨੂੰ ਠੰਡ ਨਹੀਂ ਲੱਗਦੀ, ਜਾਂ ਉਹਨਾਂ ਨੇ ਘਰ 'ਚ ਨਹੀਂ ਰਹਿਣਾ, ਜਾਂ ਉਹਨਾਂ ਨੂੰ ਬੱਸ ਦਾ ਕਿਰਾਇਆ ਨਹੀਂ ਦੇਣਾ ਪੈਂਦਾ। ਹੁਣ ਆਮ ਆਦਮੀ ਪਾਰਟੀ ਨੇ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਪਹਿਲੀ ਗੱਲ ਕਿ 2004 ਨੂੰ ਜਿਹੜੀ ਪੈਨਸ਼ਨ ਬੰਦ ਕਰਤੀ ਗਈ ਸੀ, ਕਿ ਜਿੰਨੇ ਬਾਅਦ ਵਿੱਚ ਭਰਤੀ ਹੋਏ ਆ, ਇੱਕ ਤਾਂ ਉਹ ਬਹਾਲ ਕਰੋ। ਦੂਸਰਾ, ਜਿੰਨੇ ਵੀ MLA ਨੇ ਉਹਨਾਂ ਨੂੰ ਇੱਕੋ ਹੀ ਪੈਨਸ਼ਨ ਚਾਹੀਦੀ ਹੈ, ਉਹ 2 ਵਾਰੀ ਬਣ ਜਾਏ, 3 ਵਾਰੀ ਬਣ ਜਾਏ, 4 ਵਾਰੀ ਬਣ ਜਾਏ, 5 ਵਾਰੀ ਬਣ ਜਾਏ, ਭਾਵੇਂ 6 ਵਾਰੀ ਬਣ ਜਾਏ, ਉਹਨੂੰ ਵੱਖ-ਵੱਖ ਭੱਤਿਆਂ ਦੇ ਨਾਂ ਤੇ ਲਾਭ ਦੇਣ ਦੇ ਨਾਂ ਦੇ ਉੱਤੇ ਦੁੱਗਣੀ ਤਿੱਗਣੀ ਚੌਗਣੀ 5 ਗੁਣਾ ਪੈਨਸ਼ਨ ਨਹੀਂ ਚਾਹੀਦੀ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ 'ਚ ਇਹ ਤੱਥ ਸਾਹਮਣੇ ਆਏ ਸੀ ਕਿ ਪੰਜਾਬ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਇਦਾਂ ਦੇ ਜਿਹਨੂੰ 5-5 ਲੱਖ ਰੁਪਈਆ, 5.25 ਲੱਖ ਰੁਪਈਆ ਪੈਨਸ਼ਨ ਮਿਲਦੀ ਹੈ। ਕੋਈ 2 ਪੈਨਸ਼ਨਾਂ ਲੈਂਦਾ, ਕੋਈ 3 ਲੈਂਦਾ, ਕੋਈ 4 ਲੈਂਦਾ, ਕਾਰੋਬਾਰ ਸੁੱਖ ਨਾਲ ਬਥੇਰੇ ਆ, ਕੋਈ MP ਦੀ ਵੀ ਲਈ ਜਾਂਦਾ, MLA ਦੀ ਵੀ ਲਈ ਜਾਂਦਾ। ਹੁਣ ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਤਾ। ਵੈਸੇ ਲੌਜਿਕ ਬਣਦਾ
ਕਿ ਆਮ ਬੰਦਾ ਸਰਕਾਰੀ ਨੌਕਰੀ ਕਰੇ ਤਾਂ ਉਹਨੂੰ ਪੈਨਸ਼ਨ ਨਹੀਂ। ਤੁਸੀਂ 5 ਸਾਲ ਵੀ ਐਮਐਲਏ ਰਹਿ ਜਾਓ ਤੁਹਾਨੂੰ ਪੈਨਸ਼ਨ, ਅਗਲੇ 5 ਸਾਲ ਰਹਿ ਜਾਓ ਤੁਹਾਨੂੰ ਦੁੱਗਣੀ ਜਾਂ 1.5 ਗੁਣਾ ਜਾਂ ਪੌਣੇ 2 ਗੁਣਾ ਪੈਨਸ਼ਨ। ਹੁਣ ਆਮ ਆਦਮੀ ਪਾਰਟੀ ਇਦਾਂ ਦੇ ਮੁੱਦੇ ਚੁੱਕੂ ਤਾਂ ਸ਼ਾਇਦ ਲੋਕਾਂ ਨੂੰ ਮਾੜਾ ਜਿਹਾ ਰੰਗ ਚੜੂਗਾ। ਬਾਕੀ ਸਿਆਸੀ ਪਾਰਟੀਆਂ ਪ੍ਰਤੀਕਿਰਿਆ ਕੀ ਦਿੰਦੀਆਂ, ਚੰਗਾ ਹੋਵੇ ਜੇ ਅਕਾਲੀ ਦਲ ਵਾਲੇ ਸਾਰੇ ਲਿਖ ਕੇ ਦੇ ਦੇਣ ਠੀਕ ਹੈ ਜੀ ਅਸੀਂ ਇੱਕੋ ਹੀ ਲਵਾਂਗੇ ਛੱਡੀ, ਕਾਂਗਰਸ ਵਾਲੇ ਵੀ ਸਾਰੇ ਲਿਖ ਕੇ ਦੇ ਅਸੀਂ ਵੀ ਇੱਕੋ ਹੀ ਪੈਨਸ਼ਨ ਲਵਾਂਗੇ ਜੀ ਬਾਕੀ ਛੱਡੀ, ਲਾਲ ਬੱਤੀ ਵਾਲੀ ਵੀ ਤਾਂ ਸਾਰੇ ਨੇ ਇਹੀ ਕਿਹਾ ਸੀ। ਨਹੀਂ ਇਹ ਹੋਣਾ ਨਹੀਂ। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਇੱਕ ਪੋਸਟ ਦੇ ਥੱਲੇ ਨਾ ਕਮੈਂਟ ਹੋਣ, ਪਤਾ ਨਹੀਂ ਇੱਕ ਆਈਟੀ ਸੈੱਲ ਵੀ ਚੱਲਦਾ ਨਾ ਸ਼ਬਦ, ਪਤਾ ਨਹੀਂ ਉਹਨੇ ਕੀਤਾ ਸੀ ਜਾਂ ਸੱਚੀ ਕੋਈ ਭਗਤ ਹੋਊਗਾ ਉਹਨਾਂ ਦਾ ਲੀਡਰਾਂ ਦਾ, ਕਿਹੜੀ ਪਾਰਟੀ ਵੱਲੋਂ ਸੀ ਮੈਂ ਨਾਂ ਨਹੀਂ ਲੈਂਦਾ। ਉਹਨੇ ਥੱਲੇ ਬੜਾ ਡਿਟੇਲ ਲਿਖਿਆ। ਪਹਿਲਾਂ ਤੇ ਉਹ ਇਮੋਟੀਕਨਸ ਜਿਹੜੇ ਹੁੰਦੇ ਹਾਸੇ ਵਾਲੇ ਉਹ ਬਣਾਏ, ਕਹਿੰਦੇ ਵੀ ਆਹ ਇਹਨਾਂ ਦਾ ਕੰਮ ਵਧੀਆ ਵੀ ਅਗਲੀ ਵਾਰ ਅਸੀਂ ਜਿੱਤਣਾ ਨਹੀਂ, ਅਸੀਂ ਤਾਂ ਇੱਕੋ ਵਾਰੀ ਐਮਐਲਏ ਬਣਨਾ, ਸਾਨੂੰ ਤਾਂ ਇੱਕੋ ਹੀ ਮਿਲਣੀ, ਆਪਣੀ ਇੱਕ ਆਪਾਂ ਪੱਕੀ ਕਰ ਲਈਏ, ਬਾਕੀਆਂ ਦਾ ਕਹਿੰਦੇ ਮਤਲਬ ਟਿੰਡ 'ਚ ਕਾਨਾ ਪਾ ਕੇ ਗਾਂਹ ਜਾਈਏ ਜੀ। ਮਤਲਬ ਇਹ ਜਿਹੜਾ ਮੈਸੇਜ ਸੀਗਾ ਜਾਂ ਜਿਹੜਾ ਕਮੈਂਟ ਸੀਗਾ, ਹੋ ਸਕਦਾ ਕਿ ਪੋਲੀਟੀਕਲ ਪਾਰਟੀਆਂ ਨਾਲ ਜੇ ਕੀਤਾ ਗਿਆ ਹੋਵੇ ਜਾਂ ਕਿਵੇਂ ਵੀ ਕੀਤਾ ਗਿਆ ਹੋਵੇ ਤੇ ਉਹ ਬੰਦੇ ਇਦਾਂ ਵੀ ਸੋਚਦੇ ਹੋਣ ਵੀ ਯਾਰ ਆਪਣਾ ਤੇ ਇਹਨਾਂ ਨੇ ਮੁੜ ਕੇ ਐਮਐਲਏ ਬਣਨਾ ਨਹੀਂ, ਇਹ ਸਾਡੀਆਂ ਵੀ ਬੰਦ ਕਰਾਉਣ ਨੂੰ ਫਿਰਦੇ। ਮੈਨੂੰ ਹੋਰ ਲੱਗਦਾ ਇਹ ਉਹਨਾਂ ਨੇ ਟਿੱਪਣੀ ਗਲਤ ਕਰ ਦਿੱਤੀ। ਜੇ ਕਿਸੇ ਹੋਰ ਪਾਰਟੀ ਦੇ ਬੰਦੇ ਆ ਉਹ, ਉਹਨਾਂ ਨੂੰ ਟਿੱਪਣੀ ਕੀ ਕਰਨੀ ਚਾਹੀਦੀ ਸੀ ਕਿ ਭਾਈ ਤੁਹਾਡੇ ਬੰਦੇ ਦਿੱਲੀ ਦੇ ਵਿੱਚ ਤਾਂ 3-3 ਵਾਰੀ ਬਣ ਗਏ, ਉਹਨਾਂ ਨੂੰ ਜਾ ਕੇ ਆਖੋ ਕਿ ਭਾਈ ਉਹ ਇੱਕ ਵਾਰੀ ਪੈਨਸ਼ਨ ਲੈਣਗੇ। ਜੇ ਲੌਜਿਕ ਵਾਲੀ ਗੱਲ ਕਰਨੀ, ਉਹਨਾਂ ਨੂੰ ਕਹੋ ਕਿ ਭਾਈ ਭਗਵੰਤ ਮਾਨ ਸਾਹਿਬ ਨੂੰ ਕਹੋ ਕਿ ਜੇ 2 ਵਾਰੀ ਪੈਨਸ਼ਨ ਲੱਗੀ ਕੀ ਤੁਸੀਂ ਆਪਣੀ ਦੂਜੀ ਪੈਨਸ਼ਨ ਜਿੰਨੀ ਵੀ ਵਧੀ ਇੱਕ ਵਾਰੀ ਤੋਂ ਬਾਅਦ ਕੀ ਉਹ ਵਾਪਸ ਕਰ ਦਿਓਗੇ? ਇੰਨੀ ਕੁ ਗੱਲ ਤਾਂ ਲੌਜੀਕਲੀ ਬਣਦੀ ਹੈ। ਫਿਰ ਸਗੋਂ ਲੋਕ ਸਭਾ ਰਾਜ ਸਭਾ ਤੱਕ ਚਲੇ ਜਾਓ। ਪਰ ਜੇ ਆਹੀ ਕਹਿਣਾ ਜੀ ਇਹਨਾਂ ਨੇ ਬਣਨਾ ਨਹੀਂ, ਹੋ ਸਕਦਾ ਬਣ ਜਾਣ, ਕੋਈ ਵੱਡੀ ਗੱਲ ਥੋੜੀ। ਇਹ ਤਾਂ ਪਿਛਲੇ ਵਾਰ ਵੀ ਸਾਰੇ ਬੰਦੇ ਕਹਿੰਦੇ ਸੀ ਹਾਂ ਆਮ ਆਦਮੀ ਪਾਰਟੀ ਦੇ ਫਲੂਸ ਚੋਂ ਹਵਾ ਨਿਕਲ ਗਈ ਹੈ, ਆਮ ਆਦਮੀ ਪਾਰਟੀ ਵਾਲੇ ਕਿੱਥੇ ਜਿੱਤਣੇ ਆ, ਅਗਲੇ 20 ਲੈ ਹੀ ਗਏ ਸੀ। ਉਹਦੇ ਤੋਂ ਬਾਅਦ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ, ਇੱਕ ਸੀਟ ਦੂਜੀ ਵਾਰੀ ਮਿਲ ਹੀ ਗਈ ਆ। ਪਰ ਇਸ ਮੁੱਦੇ ਤੇ ਜੇ ਨਾ ਆਏ ਉਹ ਸਾਰੇ ਲੀਡਰ ਜਿਹੜੇ ਕਹਿੰਦੇ ਜੀ ਪੰਜਾਬ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਆ, ਸਾਡੇ ਸੂਬੇ ਦੇ ਸਿਰ ਤੇ ਕਰਜ਼ਾ ਬਹੁਤ ਚੜਿਆ, ਜੇ ਤੁਸੀਂ 4-4 ਪੈਨਸ਼ਨਾਂ ਲਓਗੇ ਕਰਜ਼ਾ ਚੜ੍ਹਨਾ ਹੀ ਆ। ਨਹੀਂ ਬਿਲਕੁਲ ਸਹੀ। ਇਹ ਇੱਕ ਚੀਜ਼ ਹੋਰ ਹੈ, ਪਤਾ ਨਹੀਂ ਉਹ ਹੁਣ ਕਲੀਅਰ ਹੋਵੇ ਕਿ ਨਾ ਹੋਵੇ, ਆਉਣ ਵਾਲੇ ਟਾਈਮ 'ਚ ਆਪਾਂ ਜ਼ਰੂਰ ਕਰ ਦੇਵਾਂਗੇ ਕਿ ਵੀ ਪੈਨਸ਼ਨ ਜਿਹੜੀ ਆ ਉਹ ਕਦੋਂ ਮਿਲਣੀ ਸ਼ੁਰੂ ਹੁੰਦੀ ਹੈ ਤੇ ਕਿੰਨਾ ਚਿਰ ਮਿਲਦੀ ਹੈ ਨਾ। ਕਿਉਂਕਿ ਕਿਸੇ ਵੇਲੇ ਬੰਦਾ ਕਹਿੰਦਾ ਵੀ ਫਲਾਨਾ ਬੰਦਾ ਉਹ ਐਮਐਲਏ ਵੀ ਆ ਤੇ ਨਾਲ ਉਹ ਪੈਨਸ਼ਨ ਵੀ ਲਈ ਜਾਂਦਾ, ਸ਼ਾਇਦ ਇਦਾਂ ਨਹੀਂ ਆ। ਜਿੰਨੀ ਦੇਰ ਤੱਕ ਉਹ ਐਮਐਲਏ ਆ ਉਨੀ ਦੇਰ ਤੱਕ ਉਹਨੂੰ ਪੈਨਸ਼ਨ ਨਹੀਂ ਮਿਲਦੀ, ਜਦੋਂ ਉਹ ਰਿਟਾਇਰ ਹੋ ਜਾਂਦਾ ਪਾਸ ਹੋ ਜਾਂਦਾ ਫਿਰ ਉਹਨੂੰ ਪੈਨਸ਼ਨ ਮਿਲਦੀ ਤੁਰੰਤ। ਹਾਂ ਤੁਰੰਤ ਰਿਟਾਇਰਮੈਂਟ ਤੁਰੰਤ ਹੀ ਆ। ਅੱਛਾ ਦੂਜੀ ਗੱਲ ਇਹ ਵੀ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਸਾਹਿਬ ਉੱਤਰਾਖੰਡ ਗਏ ਨੇ। ਹੁਣ ਗੱਲ ਇਹ ਆ ਵੀ ਇਲੈਕਸ਼ਨਾਂ ਵਾਲਾ ਮਾਹੌਲ ਤੇ ਉਧਰ ਵੀ ਹੈਗਾ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਜੇ ਮੈਂ ਗਲਤ ਨਹੀਂ ਤੇ ਇਸ ਵਕਤ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਤੇ ਚਾਹੀਦਾ ਹੈ ਪੰਜਾਬ 'ਚ ਜੀ, ਕਿਉਂਕਿ ਜੇ ਸਭ ਤੋਂ ਪਹਿਲਾਂ ਐਮਪੀ ਜਿਤਾਏ ਪੂਰੇ ਦੇਸ਼ 'ਚੋਂ ਪੰਜਾਬੀਆਂ, ਜੇ ਵਿਰੋਧੀ ਧਿਰ ਦਾ ਦਰਜਾ ਦਿੱਤਾ ਦਿੱਲੀ ਤੋਂ ਬਾਅਦ ਕਿਸੇ ਨੇ ਤੇ ਉਹ ਪੰਜਾਬੀਆਂ, ਜੇ ਹੁਣ ਵੋਟਾਂ ਸਿਰ ਤੇ ਨੇ ਤੇ ਉਹ ਪੰਜਾਬੀਆਂ ਦੇ ਸਿਰ ਤੇ ਨੇ। ਤੇ ਮੁੱਖ ਮੰਤਰੀ ਪਿਛਲੀ ਵਾਰ ਦਾ 17 ਦਾ ਡੀਕਣ ਦੇ ਲੋਕ ਵੀ ਹਾਂ ਮਹਾਰਾਜ ਕਿਹਨੂੰ ਬਣਾਉਂਗੇ, ਕਿਉਂਕਿ ਉਦੋਂ ਦਾ ਵੀ ਗੋਲ ਹੀ ਰਹਿ ਗਿਆ ਨਾ ਕਿਹਨੂੰ ਬਣਾਉਣਾ। ਤੇ ਉੱਥੇ ਆਣ ਕੇ ਮੁੱਖ ਮੰਤਰੀ ਦਾ ਚਿਹਰਾ ਅਜੇ ਦੱਸਿਆ ਨਹੀਂ। ਉੱਤਰਾਖੰਡ ਦੇ ਵਿੱਚ ਕਹਿੰਦੇ ਕੁਠਿਆਰ ਸਾਹਿਬ ਨੂੰ ਬਣਾਤਾ। ਸੰਧਾਲੀਆ ਸਾਹਿਬ ਚੰਗੀ ਗੱਲ ਹੈ ਕਿ ਅਜੇ ਕੁਠਿਆਰ ਸਾਹਿਬ ਨੂੰ ਉੱਥੇ ਅੱਗੇ ਲਿਆਂਦਾ, ਸ਼ਾਇਦ ਪੰਜਾਬ ਦੀ ਵਾਰੀ ਆਜੂ, ਪਰ ਅਜੇ ਘੁੰਮ ਕੇ ਆਉਣੀ ਹੈ ਕਿਉਂਕਿ ਉੱਤਰਾਖੰਡ ਹੈ, ਉਹਦੇ ਤੋਂ ਬਾਅਦ ਯੂਪੀ ਆਉਂਦਾ, ਫਿਰ ਪੰਜਾਬ ਆਉਂਦਾ। ਉੱਤਰਾਖੰਡ ਦੇ ਵਿੱਚ ਹਾਲਾਂਕਿ ਯੂਪੀ ਤੇ ਪੰਜਾਬ ਤੋਂ ਬਾਅਦ ਵਿੱਚ ਚੋਣਾਂ ਉੱਥੇ 2-4 ਮਹੀਨੇ ਬਾਅਦ ਪੈਣੀਆਂ ਵੋਟਾਂ, ਤਾਂ ਹੀ ਮੈਂ ਕਿਹਾ ਵੀ ਉਹ ਤਾਂ ਅਜੇ ਲੇਟ ਹੈ, ਕੰਮ ਲੇਟ ਆ। ਪਰ ਚਲੋ ਸ਼ੁਰੂਆਤ ਕੀਤੀ। ਹੁਣ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਕਿੱਧਰ ਨੂੰ ਜਾਂਦੀ ਹੈ। 6 ਮਹੀਨੇ ਪਹਿਲਾਂ ਉੱਤਰਾਖੰਡ ਦੇ ਵਿੱਚ ਇੱਕ ਪੋਸਟਰ ਲਾਏ ਗਏ ਸੀ, ਕਿਉਂਕਿ ਸਸੋਦੀਆ ਸਾਹਿਬ ਜਾਂਦੇ ਆ ਜ਼ਿਆਦਾ ਉੱਥੇ, ਪੋਸਟਰ ਲਾਏ ਗਏ ਸੀ ਕਿ ਭਾਈ ਦਿੱਲੀ ਦੇ ਵਿੱਚ ਸਾਡੀ ਸਰਕਾਰ ਨੇ ਇਸ ਵਿਭਾਗ ਦੇ ਵਿੱਚ ਆਹ ਕੰਮ ਕੀਤੇ ਆ ਤੇ ਸਾਡੇ ਦਿੱਲੀ ਦੇ ਇਸ ਵਿਭਾਗ ਦੇ ਮੰਤਰੀ ਦੇ ਨਾਲ ਉੱਤਰਾਖੰਡ ਦਾ ਇਸ ਵਿਭਾਗ ਦਾ ਮੰਤਰੀ ਲੋਕਾਂ ਦੇ ਸਾਹਮਣੇ ਜਨਤਕ ਬਹਿਸ ਕਰ ਲਵੇ। ਉਹ ਆਪਣੇ ਦੱਸ ਦੇਵੇ ਉੱਤਰਾਖੰਡ ਦੇ ਲੋਕਾਂ ਨੂੰ ਕਿ ਅਸੀਂ ਕੀ ਕੀਤਾ, ਤੁਸੀਂ ਆਪਦੇ ਦੱਸ ਦਿਓ ਅਸੀਂ ਕੀ ਕੀਤਾ। ਤੇ ਜਿਹਨੂੰ ਲੋਕ ਚੰਗਾ ਸਮਝਣਗੇ ਇਦਾਂ ਹੀ ਉੱਤਰ ਪ੍ਰਦੇਸ਼ ਦੇ ਵਿੱਚ ਲਾਏ ਸੀ। ਸੰਜੇ ਸਿੰਘ ਹੋਰੀ ਉੱਥੇ ਇੰਚਾਰਜ ਆ। ਉਹਦੇ ਤੋਂ ਬਾਅਦ ਫਿਰ ਹੋਰ ਵੀ ਕਈ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਕੋਸ਼ਿਸ਼ ਕਰਦੀ ਰਹੀ। ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਭਗਵੰਤ ਮਾਨ ਸਾਹਿਬ ਉੱਥੇ ਗਏ ਸੀ। ਉੱਥੇ ਕਿਸਾਨਾਂ ਦੀ ਇੱਕ ਵਾਰੀ ਉਹਨਾਂ ਨੇ ਕਿਸਾਨਾਂ ਦੇ ਗਰੁੱਪ ਦੀ ਅਗਵਾਈ ਵੀ ਕੀਤੀ ਸੀ। ਕਿਸਾਨਾਂ ਨੂੰ ਉਸ ਮੁੱਦੇ ਤੇ ਲਾਮਬੰਦ ਕਰਨ ਵੀ ਗਏ ਸੀ 1-2 ਦਿਨ। ਦੁਬਾਰਾ ਗਏ ਕਿ ਨਹੀਂ ਗਏ ਮੈਨੂੰ ਪਤਾ ਨਹੀਂ। ਇਹਦਾ ਮਤਲਬ ਹੈ ਕਿ ਸਰਗਰਮੀਆਂ ਆਮ ਆਦਮੀ ਪਾਰਟੀ ਨੇ ਜਿੱਦਾਂ ਕਦੇ ਗੁਜਰਾਤ ਦੇ ਵਿੱਚ, ਗੋਆ ਦੇ ਵਿੱਚ, ਰਾਜਸਥਾਨ ਦੇ ਵਿੱਚ ਵਿੱਢੀਆਂ ਸੀ, ਉਦਾਂ ਹੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਵਿੱਢਤੀਆਂ। ਹੁਣ ਇਹਨਾਂ ਨੂੰ ਹੀ ਕਿਉਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ? ਪਹਿਲੀ ਗੱਲ ਕਿ ਇਹ ਫੌਜ ਦੇ ਵਿੱਚੋਂ ਸੇਵਾ ਮੁਕਤ ਨੇ ਤੇ ਅਫਸਰ ਸਾਬਕਾ ਅਫਸਰ ਨੇ। ਦੂਸਰਾ, ਜਦੋਂ ਕੇਦਾਰਨਾਥ ਦੇ ਵਿੱਚ ਇੱਕ ਵਾਰੀ ਹੜ੍ਹ ਆਏ ਸੀ ਤਾਂ ਬਹੁਤ ਵੱਡੀ ਤਬਾਹੀ ਹੋਈ ਸੀ। ਸੰਧਾਲੀਆ ਸਾਹਿਬ ਉਦੋਂ ਇਹ ਇੱਕ ਐਜੂਕੇਸ਼ਨਲ ਇੰਸਟੀਚਿਊਸ਼ਨ ਦੇ ਪ੍ਰਿੰਸੀਪਲ ਸੀ ਜਿਹੜਾ ਕਿ ਉਸ ਤਰ੍ਹਾਂ ਦੀਆਂ ਪਹਾੜੀ ਗਤੀਵਿਧੀਆਂ ਦੇ ਨਾਲ ਸੰਬੰਧ ਰੱਖਦਾ ਸੀ। ਉਦੋਂ ਕਹਿੰਦੇ ਆ ਕਿ ਸਥਾਨਕ ਲੋਕਾਂ ਦੇ ਨਾਲ ਰਲ ਕੇ ਇਹਨਾਂ ਨੇ ਕੰਮ ਕੀਤਾ। ਉਹ ਵੈਸੇ ਲੋਕ ਵੱਧ ਦੱਸ ਸਕਦੇ ਆ ਕਿ ਲੋਕਾਂ ਦੇ ਵਿੱਚ ਲੋਕਪ੍ਰਿਯਤਾ ਕੁਝ ਹੱਦ ਤੱਕ ਹੈਗੀ ਆ, ਜਾਣੀ ਕਿ ਗੈਰ ਸਿਆਸੀ ਬੰਦੇ ਨੇ। ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਮੈਂਬਰਾਂ ਦਾ ਉੱਥੇ ਇਕੱਠ ਵੀ ਕੀਤਾ ਸੀ, ਪੁੱਛਿਆ ਸੀ
ਤੇ ਸਿਸੋਦੀਆ ਸਾਹਿਬ ਕਹਿੰਦੇ ਜੀ ਸਭ ਤੋਂ ਵੱਧ ਤਾਂ ਇਹਨਾਂ ਦੇ ਹੱਕ ਦੇ ਵਿੱਚ ਹੀ ਲੋਕ ਆਏ, ਸਾਡੇ ਵੱਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਇਹ ਹੋਣਗੇ। ਜੇ ਹਫ਼ਤੇ 10 ਦਿਨਾਂ ਦੇ ਵਿੱਚ ਯੂਪੀ ਤੇ ਪੰਜਾਬ ਵਾਲਾ ਕੰਮ ਨਿਬੇੜ ਦੇਵੇ ਆਮ ਆਦਮੀ ਪਾਰਟੀ, ਤਾਂ ਹੋ ਸਕਦਾ ਕਿ ਭਾਈ ਲੋਕਾਂ ਦੇ ਮਨ ਦੇ ਵਿੱਚ ਹੋਰ ਤਰ੍ਹਾਂ ਦੀ ਭਾਵਨਾ ਆ ਜਾਏ। ਨਹੀਂ ਇਹ ਤਾਂ ਹੈਗਾ, ਪਰ ਇਹ ਹੋ ਸਕਦਾ ਪੰਜਾਬ ਵਾਲਿਆਂ ਨੂੰ ਲੱਗਿਆ ਹੋਵੇ, ਈਵਨ ਪੰਜਾਬ ਦੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਲੱਗਾ ਹੋਣਾ ਵੀ ਯਾਰ ਹੱਦ ਹੋ ਗਈ, ਇਹ ਕੇਜਰੀਵਾਲ ਸਾਹਿਬ ਦੀ ਟਿਕਟ ਅਸੀਂ ਇੱਧਰਲੀ ਡਿੱਗਦੇ ਹਾਂ। ਕਿਉਂਕਿ ਮੈਂ ਵੀ ਯਾਦ ਕਰਾ ਦਿਆਂ, ਪ੍ਰੋਬਲਮ ਤਾਂ ਇਹੀ ਨਾ ਆਪਣਾ ਕੰਮ ਯਾਦ ਕਰਾਉਣਾ। ਜਦੋਂ ਉਹ ਪਹਿਲੀ ਵਾਰ ਆਏ ਸੀ ਤੇ ਉਦੋਂ ਕਹਿੰਦੇ ਸੀ ਲਓ ਜੀ ਫਿਰ 300 ਯੂਨਿਟਾਂ ਮਾਫ ਨੇ ਸਾਡੇ ਵੱਲੋਂ, ਤੁਸੀਂ ਪਰਵਾਹ ਨਹੀਂ ਕਰਨੀ। ਉਹ ਕਹਿੰਦੇ 301 ਹੋ ਗਈਆਂ ਨੇ, ਫਿਰ ਬਿੱਲ ਆਉਣਾ। ਨਹੀਂ ਕੇਜਰੀਵਾਲ ਜੀ ਉਹ ਬਿੱਲ ਨਹੀਂ ਨਹੀਂ ਦਿੱਲੀ ਵਾਂਗ ਹੋਣਾ। ਕੀ ਹੋਇਆ ਸੀ ਉਹਦੇ ਸਾਨੂੰ ਪਤਾ। ਬਾਅਦ ਚਲੋ ਕਹਿੰਦੇ ਵੀ ਰਹੇ ਅਸੀਂ ਤਾਂ 600 ਯੂਨਿਟ ਮਾਫ ਕਰਨਾ, ਮਹੀਨੇ ਦਾ 300 ਕਰਨਾ, 2 ਮਹੀਨੇ ਬਾਅਦ ਬਿੱਲ ਆਉਂਦਾ 600 ਦੇਵਾਂਗੇ। ਉਦੋਂ ਬਾਅਦ ਉਹ ਕਹਿ ਕੇ ਗਏ ਸੀ ਵੀ ਬਹੁਤ ਜਲਦ ਮੈਂ ਆਵਾਂਗਾ, ਮੈਂ ਹੋਰ ਐਲਾਨ ਕਰਾਂਗਾ ਖੇਤੀ ਨਾਲ, ਕਿਸਾਨੀ ਨਾਲ, ਰੇਤ ਬਜਰੀ ਦੀਆਂ ਤੁਹਾਨੂੰ ਸਾਰੀਆਂ ਸਕੀਮਾਂ ਦੱਸ ਦਿਆਂਗਾ ਵੀ ਪੰਜਾਬ ਲਈ ਸਾਡਾ ਪਲਾਨ ਕੀ। ਇਹ ਵਿਚਾਰੇ ਦਰੀਆਂ ਵਿਛਾ ਕੇ ਡੀਕੀਆ ਦੇ ਚਲੇ ਉੱਤਰਾਖੰਡ ਨੂੰ ਗਏ, ਉੱਥੇ ਜੇ ਵੋਟਾਂ ਵੀ ਲੇਟ ਆ। ਨਹੀਂ ਕਈ ਪਾਸੇ ਕਿਉਂਕਿ ਉਹਨਾਂ ਨੂੰ 2024 ਵੀ ਨਜ਼ਰ ਆਉਂਦੀ ਹੈ ਨਾ, 2024 ਵੀ ਦੇਖਣੀ ਹੈ ਕਿਉਂਕਿ ਦਿੱਲੀ ਦੇ ਨਾਲ ਯੂਪੀ ਲੱਗਦਾ, ਯੂਪੀ ਦੇ ਨਾਲ ਉੱਤਰਾਖੰਡ, ਦਿੱਲੀ ਦੇ ਨਾਲ ਹਰਿਆਣਾ ਲੱਗਦਾ, ਉਸ ਤੋਂ ਬਾਅਦ ਪੰਜਾਬ, ਘੱਟੋ ਘੱਟ 5-7 ਸੂਬੇ ਨਾਲੋਂ ਨਾਲ ਇੱਕੋ ਬੱਸ ਫੜ ਕੇ ਬੰਦਾ ਜਾਇਆ ਹੋਵੇ। ਕੋਸ਼ਿਸ਼ ਤਾਂ ਕਰ ਰਿਹਾ ਕਿਉਂਕਿ ਪੰਜਾਬ 'ਚ ਕਈ ਤਰ੍ਹਾਂ ਦੇ ਰਫੜ ਨੇ। ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਸੀਂ ਉਹ ਉਦਾਹਰਨਾਂ ਦਿੰਦੇ ਹੁੰਦੇ, ਉਦਾਹਰਨਾਂ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਵੀ ਮੰਨ ਲਓ ਵੀ ਹੁਣ ਬਰਾਤ ਆਉਣ ਵਾਲੀ ਜੀ, ਜਿੱਥੇ ਆਉਣ ਵਾਲੀ ਉਧਰ ਅਜੇ ਹਲਵਾਈ ਕਹਿੰਦਾ ਨੇ ਕੋਈ ਨਹੀਂ ਪਕੌੜੇ ਕੱਚੇ ਰਹਿਣ ਦੇ, ਅਜੇ ਨਹੀਂ ਕੋਈ ਗੱਲ। ਕਹਿੰਦਾ ਤੁਸੀਂ ਕਹਿੰਦਾ ਮੈਂ ਫਿਰ ਦੂਜੇ ਕੰਮ ਤੇ ਚੱਲਿਆ ਉਧਰ ਕੀ ਗੱਲ, ਉਧਰ ਅਜੇ ਕੱਲ ਨੂੰ ਬਰਾਤ ਆਉਣੀ। ਕਹਿੰਦਾ ਉਧਰ ਤੂੰ ਬੂੰਦੀ ਕੱਢਣ ਤੁਰਿਆ ਫਿਰਦਾ, ਜਿੱਥੇ ਬਰਾਤ ਬੂਹੇ ਤੇ ਖਲੋਤੀ ਉੱਥੇ ਕਹਿੰਦੇ ਪਕੌੜੇ ਕੋਈ ਗੱਲ ਨਹੀਂ ਕੱਚੇ ਰਹਿਣ ਦੇ। ਨਹੀਂ ਐਤਕੀ ਲੱਗਦਾ ਕੱਚੋਂ ਮੂਲ ਹੀ ਨਿਕਲੂਗੀ ਜੀ, ਕੋਈ ਪੁੱਛਿਆ ਜੀ ਸੰਭਾਵਨਾ ਲੱਗਦੀ ਹੈ ਜਿਸ ਤਰੀਕੇ ਨਾਲ ਚੁੱਪ। ਸਿੱਧਾ ਫੋਨ WhatsApp ਨਹੀਂ ਸਿੱਧਾ ਫੋਨ ਨਹੀਂ, ਰਾਤੀ ਤੁਸੀਂ ਬਣਾਉਂਦੇ ਸੀ ਜਦੋਂ ਫੋਨ ਉਹਨਾਂ ਦਾ ਆਇਆ, ਬਾਅਦ 'ਚ ਨੀਂਦ ਆਈ, ਤੁਹਾਨੂੰ ਨੀਂਦ 'ਚ ਬੋਲਣ ਦੀ ਆਦਤ ਆ ਨਾ। ਮੇਰਾ ਤਾਂ ਕੰਮ ਹੀ ਇਹ ਹੈ ਕਿ ਜਦੋਂ ਨਹੀਂ ਨਾ ਫਿਰ ਨਾਮ ਮੇਰਾ ਚਲੋ ਮਹਾਰਾਜ ਅਸੀਂ ਤਾਂ ਗੱਲ ਇਹ ਕਰ ਲਾਂਗੇ ਭਾਈ ਕਰਿਆਟੀ ਕਿੰਨੀ ਵੱਧ ਗਈ, ਹਲਦੀ ਦਾ ਰੇਟ ਕੀ ਹੋ ਗਿਆ, ਛੋਲਿਆਂ ਦੀ ਦਾਲ ਕਿੰਨੇ ਦੀ ਹੋ ਗਈ। ਸਾਡਾ ਕੰਮ ਹੈਗਾ ਇਹ, ਤੁਸੀਂ ਜਦੋਂ ਬਣਾਉਂਦੇ ਵੀ ਹੋ ਨੀਂਦ ਦੇ ਵਿੱਚ ਤਾਂ ਤੁਹਾਡੀਆਂ ਗੱਲਾਂ ਕੇਂਦਰੀ ਕੈਬਨਿਟ ਮੰਤਰੀ ਤੋਂ ਲੈ ਕੇ ਸੂਬੇ ਦੇ ਕੈਬਨਿਟ ਥੱਲੇ ਤਾਂ ਗੱਲ ਹੀ ਨਹੀਂ ਕਰਦੇ। ਮੁੱਖ ਸੰਸਦੀ ਸਕੱਤਰ ਵਾਲਾ ਮਸਲਾ ਹੈ ਨਹੀਂ ਤੁਹਾਡੇ ਕੋਲੇ ਹੁਣ। ਚਲੋ ਮੈਂ ਇੱਕ ਸੋਚਦਾ ਸੀ ਕਿ ਪੰਜਾਬ ਦੀ ਕੈਬਨਿਟ ਬੈਠਕ ਦੀ ਗੱਲ ਕਰ ਲਈਏ, 26 ਨੂੰ ਹੋਣੀ ਉਹਤੇ ਜੀ। ਨਹੀਂ ਅੱਜ ਹਫਤਾ ਹੀ ਰਹਿ ਗਿਆ, ਪਰ ਉਹ ਤੁਸੀਂ ਦੇਖੋ ਨਾ ਤਰੀਕ ਬੜੀ ਇੰਪੋਰਟੈਂਟ ਹੈ। ਹੁਣ ਅਜੇ ਤਾਂ ਸਿਆਹੀ ਨਹੀਂ ਸੀ ਸੁੱਕੀ ਕਿ ਜੀ ਲਾਲ ਲਕੀਰ ਤੋਂ ਅੰਦਰਲੀ ਜ਼ਮੀਨ ਦਾ, ਮਕਾਨਾਂ ਦਾ, ਮਲਕੀਅਤ ਦਾ ਕੀ ਕਰਨਾ, ਕੱਚੇ ਬੰਦੇ ਪੱਕੇ ਕਰਨੇ, ਹੋਰ ਕਈ ਕੁਝ ਸੀ। ਸ਼ਹਿਰੀ ਵੋਟਰਾਂ ਦਾ ਜਿਹੜਾ ਉਹਨਾਂ ਦਾ ਕੀ ਕਰਨਾ ਕਿ ਭਾਈ ਕੋਈ ਗੱਲ ਨਹੀਂ, NOC, ਸੀਵਰੇਜ ਵਾਲਾ ਮਸਲਾ, ਪਾਣੀ ਦੇ ਕਨੈਕਸ਼ਨ ਜਿਹੜੇ ਨਿਯਮਤ ਕਰ ਦਿਓ। ਹੁਣ 26 ਤਰੀਕ ਨੂੰ ਕੈਪਟਨ ਸਾਹਿਬ ਨੇ ਦੁਬਾਰਾ ਕੈਬਨਿਟ ਮੀਟਿੰਗ ਸੱਦ ਲਈ ਆ, ਇੰਨੀ ਛੇਤੀ ਕਰਦੇ ਨਹੀਂ, 4.5 ਸਾਲ ਆਪਾਂ ਦੇਖਦੇ ਰਹੇ ਹਾਂ। ਉਹ ਮੀਟਿੰਗ ਖਾਸ ਕਿਉਂ ਆ? ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਕਈ ਵਾਰੀ ਮੁੱਦਾ ਚੁੱਕਿਆ ਕਿ ਭਾਈ STF ਦੀ ਰਿਪੋਰਟ ਹੈ, ਸਪੈਸ਼ਲ ਟਾਸਕ ਫੋਰਸ ਦੀ, ਹਾਈ ਕੋਰਟ 'ਚ ਪਈ ਹੈ, ਨਸ਼ਿਆਂ ਦੀ ਹੈ, ਜਿੰਨੀ ਛੇਤੀ ਹੋ ਸਕਦਾ ਉਹ ਸੀਲਬੰਦ ਲਿਫਾਫੇ 'ਚੋਂ ਬਾਹਰ ਲਿਆ ਕੇ ਉਹਨੂੰ ਜਨਤਕ ਕੀਤਾ ਜਾਵੇ, ਉਹਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾਵੇ, ਗ੍ਰਿਫਤਾਰੀਆਂ ਕੀਤੀਆਂ ਜਾਣ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਨਸ਼ਾ ਕਿਉਂ ਵਿਕਦਾ ਸੀ। ਹਾਈ ਕੋਰਟ ਦੇ ਵਿੱਚ 27 ਤਰੀਕ ਨੂੰ ਉਸ ਮੁੱਦੇ ਤੇ ਸੁਣਵਾਈ ਹੈ। ਜੇ ਹਾਈ ਕੋਰਟ ਪਹਿਲਾਂ ਕੋਈ ਡਾਇਰੈਕਸ਼ਨ ਦੇ ਦੇਵੇ, ਲੋਕਾਂ ਦੇ ਮਨ ਦੇ ਉੱਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਆ ਸਕਦਾ। ਹੋ ਸਕਦਾ ਕਿ 27 ਤਰੀਕ ਵਾਲੀ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ 26 ਤਰੀਕ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਕੋਈ ਫੈਸਲਾ ਹੋ ਜਾਏ, ਕੋਈ ਇਦਾਂ ਦੀ ਇੰਡੀਕੇਸ਼ਨ ਆ ਜਾਏ, ਕੋਈ ਇਸ ਤਰੀਕੇ ਦਾ ਰਾਹ ਰਸਤਾ, ਕੋਈ ਸੰਕੇਤ ਦੇ ਦਿੱਤਾ ਜਾਵੇ ਕਿ ਭਾਈ ਭਲਕ ਨੂੰ 27 ਤਰੀਕ ਨੂੰ ਜੇ ਹਾਈ ਕੋਰਟ ਦੇ ਵਿੱਚੋਂ ਕੁਝ ਆ ਵੀ ਜਾਂਦੀ ਹੈ ਚੀਜ਼, ਜਾਂ ਹਾਈ ਕੋਰਟ ਪੰਜਾਬ ਸਰਕਾਰ ਨੂੰ ਪੁੱਛ ਲੈਂਦੀ ਜੀ ਕੱਲ ਤੱਕ ਦੱਸੋ, ਉਹਦਾ ਫੈਸਲਾ ਪਹਿਲਾਂ ਹੀ ਹੋਇਆ ਹੋਵੇ, ਤਾਂ ਜੋ ਇਹ ਨਾ ਹੋਵੇ ਕਿ ਉਧਰੋਂ ਹਾਈ ਕੋਰਟ ਵੀ ਪੁੱਛ ਲਵੇ ਤਾਂ ਮੁੜ ਕੇ ਜੇ ਕੁਝ ਕਰਨਾ ਵੀ ਪਵੇ ਤਾਂ ਉਹਦਾ ਸਾਰਾ ਸਿਰਾ ਕਿਸੇ ਹੋਰ ਬੰਦੇ ਦੇ ਸਿਰ ਆ ਜਾਏ। ਨਹੀਂ ਪਰ ਪਤਾ ਹੀ ਗੱਲ ਹੈ ਇਹਦੇ 'ਚ ਹੁਣ ਪਤਾ ਨਹੀਂ ਸਿੱਧੂ ਸਾਹਿਬ ਐਸੇ ਤੇ ਕਈ ਬਾਬਿਆਂ ਨੂੰ ਕਈਆਂ ਨੂੰ ਮੰਨਦੇ ਵੀ ਨੇ। ਮੈਨੂੰ ਲੱਗਦਾ ਉਹ ਬੰਦੇ ਦੀ ਕਿਸਮਤ ਵੀ ਕੰਮ ਆਉਂਦੀ। ਹੁਣ ਜਿਸ ਹਿਸਾਬ ਨਾਲ ਜਿੰਨਾ ਕੁ ਮੁੱਦਾ ਉਹਨਾਂ ਨੇ ਬਣਾਤਾ ਨਾ 26 ਨੂੰ ਜੋ ਮਰਜ਼ੀ ਕਰ ਲੈਣ ਕੈਬਨਿਟ ਵਾਲੇ, ਉਹ ਗੱਲ ਉਹੀ ਕਰਤਾਰਪੁਰ ਦੇ ਲਾਂਘਿਆਂ ਨੂੰ ਨਾ ਉਹਦਾ ਹੀ ਲੱਗ ਜਾਣਾ। ਬਾਕੀ ਵਿਚਾਰਿਆਂ ਦੇ ਸ਼ਾਮਿਆਂ ਨੇ ਲੱਗੇ ਰਹਿ ਗਏ। ਉਦੋਂ ਉਹ ਵੀ ਤੇ ਟਾਈਮ ਹੀ ਸੀਗਾ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ, ਉਹ ਬੰਦੇ ਨੂੰ ਉੱਥੇ ਆਉਣ ਨਹੀਂ ਦਿੱਤਾ, ਉਹ ਬਾਰੇ ਮੱਥਾ ਟੇਕ ਕੇ ਚਲੇ ਵੀ ਗਿਆ। ਉਹ ਕਹਿੰਦੇ ਯਾਰ ਜਿੰਨੇ ਖਿਲਾਇਆ ਸੀ ਉਹ ਤੇ ਹੈਲੀਕਾਪਟਰ ਤੇ ਆਇਆ ਤੇ ਮੱਥਾ ਟੇਕ ਕੇ ਚਲੇ ਵੀ ਗਿਆ, ਇਹ ਤੇ ਹੁਣ ਇੱਥੇ ਸਮਾਗਮ ਕਰੀ ਜਾਂਦੇ, ਇਹ ਨਾ ਹੋਵੇ ਉਦੋਂ ਵੀ ਇਹ ਕੰਮ ਹੋ ਜੇ। ਆਹੋ ਕਹਿੰਦੇ ਹੁਣ ਤੇ ਕਰਨਾ ਸੀ ਉਹ ਫਿਰ ਸਿੱਧੂ ਨੇ ਜੋ ਕਿਹਾ ਹੈ, ਕੀ ਪਤਾ ਇਦਾਂ ਵੀ ਹੋ ਸਕਦਾ। ਕੋਈ ਪਤਾ ਨਹੀਂ, ਕੋਈ ਵੱਡੀ ਗੱਲ ਨਹੀਂ ਹੈ। ਬਾਕੀ ਸੰਧਾਲੀਆ ਸਭ ਇੱਕ ਗੱਲ ਹੋ ਹੈਗੀ ਆ। ਨਹੀਂ 26 ਤੋਂ ਮੈਂ ਤੈਨੂੰ ਪਿੱਛੇ ਲਿਆਉਣਾ ਚਾਹੁੰਦਾ ਥੋੜਾ ਜਿਹਾ। ਮੈਂ ਤੁਸੀਂ ਕਿਸਾਨਾਂ ਦੀ ਅੱਜ ਗੱਲ ਕੀਤੀ ਨਹੀਂ, 20 ਨੂੰ ਉਹਨਾਂ ਵੀ ਰੱਖਿਆ ਪ੍ਰੋਗਰਾਮ। ਨਹੀਂ ਕਿਸਾਨਾਂ ਦੀ ਗੱਲ ਤਾਂ ਕਰਨੀ ਪਊਗੀ, ਉਹਨਾਂ ਤੋਂ ਬਿਨਾਂ ਤਾਂ ਗੱਲ ਹੀ ਨਹੀਂ। ਪਹਿਲੀ ਗੱਲ ਇਹ ਕਿ 5 ਸਤੰਬਰ ਦੀਆਂ ਤਿਆਰੀਆਂ ਮੁਜ਼ੱਫਰਨਗਰ ਯੂਪੀ ਦੇ ਵਿੱਚ ਸਭ ਤੋਂ ਵੱਡਾ ਸ਼ਕਤੀ ਪ੍ਰਦਰਸ਼ਨ ਕਿਸਾਨਾਂ ਨੇ ਕਰਨਾ। ਮਿਸ਼ਨ ਯੂਪੀ ਦੇ ਤਹਿਤ ਰਕੇਸ਼ ਟਕੈਤ ਹੋਰੀ ਇੰਚਾਰਜ ਹੋਊਗਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ। ਉਹਦੇ ਲਈ ਅੱਜ ਯੂਪੀ ਦੇ ਵਿੱਚ ਹੀ ਕਿਸਾਨ ਜਥੇਬੰਦੀਆਂ ਨੇ ਇੱਕ ਮੀਟਿੰਗ ਰੱਖੀ, ਅੱਜ ਜਦੋਂ ਆਪਾਂ ਗੱਲ ਕਰਦੇ ਥੋੜੇ ਘੰਟੇ ਬਾਅਦ। ਤੇ ਜਿੱਧਰ ਪੰਜਾਬ 'ਚ ਕੀ ਪੇਚਾ ਪੈ ਗਿਆ,
ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ 32 ਹੈ ਉਹਨਾਂ ਦੀ ਹਮਾਇਤ ਦੇ ਨਾਲ ਦੁਆਬੇ ਤੇ ਮਾਝੇ ਦੇ ਕਿਸਾਨ ਇਕੱਠੇ ਹੋ ਰਹੇ ਆ। ਉਹ ਕਹਿੰਦੇ ਜੀ ਸਾਡਾ 200 ਕਰੋੜ ਰੁਪਈਆ ਖੰਡ ਮਿੱਲਾਂ ਨਹੀਂ ਦੇ ਰਹੀਆਂ, 55 ਕਰੋੜ ਕੋਆਪਰੇਟਿਵ ਸ਼ੂਗਰ ਮਿੱਲਾਂ ਨੇ ਦੇਣਾ, 145 ਕਰੋੜ ਪ੍ਰਾਈਵੇਟ ਖੰਡ ਮਿੱਲਾਂ ਨੇ ਦੇਣਾ। ਕਾਨੂੰਨ ਤਾਂ ਇਹ ਹੈ, ਨਿਯਮ ਕਹਿੰਦਾ ਕਿ 14 ਦਿਨ ਜੇ ਤੁਹਾਨੂੰ ਪੈਸੇ ਨਹੀਂ ਮਿਲਦੇ ਤਾਂ ਵਿਦ ਇੰਟਰਸਟ ਵਿਆਜ ਸਮੇਤ ਮਿਲਣ। ਉਹ ਕਹਿੰਦੇ ਸਾਨੂੰ ਮੂਲ ਹੀ ਦੇ ਦਿਓ, ਸਾਡੇ ਪੈਸੇ ਨਹੀਂ ਦਿੰਦੇ। ਤੇ ਜੇ ਕਹਿੰਦੇ 20 ਤਰੀਕ ਸਵੇਰ ਤੱਕ ਸਾਡੇ ਪੈਸੇ ਨਾ ਮਿਲੇ, ਉਹ ਵੀ 400 ਰੁਪਈਆ ਪ੍ਰਤੀ ਕੁਇੰਟਲ ਭਾਅ ਅਗਲੀ ਵਾਰ ਲਈ ਐਲਾਨੋ। ਛੇਤੀ ਕੁਝ ਮਹੀਨਿਆਂ ਤੱਕ ਗੰਨਾ ਆਉਣ ਵਾਲਾ। ਹੁਣ 20 ਤਰੀਕ ਨੂੰ ਫਿਰ ਕੀ ਹੋਣਾ? ਜਲੰਧਰ ਤੇ ਫਗਵਾੜੇ ਦੇ ਵਿਚਾਲੇ ਜਿੱਥੇ 4-5 ਸਾਲ ਪਹਿਲਾਂ ਵੀ ਧਰਨਾ ਲੱਗਾ ਸੀ, ਉਹ ਕਹਿੰਦੇ ਅਸੀਂ GT ਰੋਡ ਦੇ ਦੋਨੇ ਪਾਸੇ ਜਾਮ ਕਰ ਦੇਣੇ ਆ, ਲੋਕਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲੈਣੀ ਆ ਕਿ ਭਾਈ ਸਾਡੇ ਹੱਥ ਖੜੇ ਨੇ। ਅਸੀਂ ਕਹਿੰਦੇ ਕੈਪਟਨ ਸਾਹਿਬ ਨੂੰ ਵੀ ਮਿਲੇ ਸੀ, ਅਸੀਂ ਅਫਸਰਾਂ ਨੂੰ ਵੀ ਮਿਲੇ ਸੀ। ਜਦੋਂ ਇੱਕ ਹੋਰ ਦੇਖੋ ਕਮਾਲ ਦੀ ਗੱਲ, ਉਹ ਕਹਿੰਦੇ ਜਦੋਂ ਕਿਸਾਨ ਅੰਦੋਲਨ ਅਜੇ ਪੰਜਾਬ 'ਚ ਹੀ ਸੀ, ਦਿੱਲੀ ਨਹੀਂ ਸੀ ਗਏ, ਨਵੰਬਰ ਦੇ ਵਿੱਚ ਕਹਿੰਦੇ ਕੈਪਟਨ ਸਾਹਿਬ ਦੇ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਸੀ ਇੱਕ ਹਫ਼ਤਾ ਦੇ ਦਿਓ, ਤੁਹਾਨੂੰ ਪੈਸੇ ਵੀ ਮਿਲ ਜਾਣਗੇ, ਭਾਅ ਵੀ ਵਧਾ ਦਿਆਂਗੇ 20 ਰੁਪਏ ਪ੍ਰਤੀ ਕੁਇੰਟਲ। ਉਹ ਕਹਿੰਦੇ ਅਸੀਂ ਕਿਸਾਨ ਦਿੱਲੀ ਚਲੇ ਗਏ, ਉਹਦੇ ਤੋਂ ਬਾਅਦ ਮਹੀਨੇ 7-8-9 ਹੋ ਗਏ ਪਰ ਅਜੇ ਤੱਕ ਭਾਅ ਨਹੀਂ ਵਧਿਆ। ਹੁਣ ਜਿੱਥੇ ਕਿਸਾਨ ਪਹਿਲਾਂ ਕੇਂਦਰ ਦੀ ਸਰਕਾਰ ਦੇ ਖਿਲਾਫ ਸੀ ਕਿ ਭਾਈ ਤੁਸੀਂ ਖੇਤੀਬਾੜੀ ਦੇ ਕਾਨੂੰਨ ਬਣਾਏ ਕਿਉਂ, ਉਹੀ ਕਿਸਾਨ ਹੁਣ ਪੰਜਾਬ ਦੇ ਵਿੱਚ 20 ਤਰੀਕ ਤੋਂ ਹੋ ਸਕਦਾ ਜੇ ਕੈਪਟਨ ਸਾਹਿਬ ਨੇ ਕੋਈ ਫੈਸਲਾ ਨਾ ਲਿਆ ਤੇ ਇਧਰਲੇ ਪਾਸੇ ਤੇ ਹੋ ਜਾਣ। ਨਹੀਂ ਆਉਣਗੇ, ਉਹ ਦੇਖੋ ਕਾਰਨ ਹੈ ਨਾ, ਇਹ ਘੁੰਮ ਘੁਮਾ ਕੇ ਗੱਲ ਤੇ ਉਹੀ ਹੈ ਨਾ। ਹੁਣ ਕੀ ਪਤਾ ਵੀ ਫੈਕਟਰੀ ਵਾਲਿਆਂ ਦੇ ਗਾਂਹ ਕਿੱਥੇ ਫਸਿਆ ਜਾਂ ਗਾਂਹ ਵਾਲਿਆਂ ਦੇ ਗਾਂਹ ਕਿੱਥੇ ਫਸਿਆ, ਜਾਂ ਅਗਲਾ ਚਾਹੁੰਦੇ ਹੁਣ ਵੀ ਕੋਈ ਗੱਲ ਨਹੀਂ ਦੇ ਦਿਆਂਗੇ, ਏਡੀ ਕਿਹੜੀ ਗੱਲ, ਕੋਈ 4 ਵਿਆਜ ਹੀ ਆਉਣ ਡਿਆ। ਹੁਣ 200 ਕਰੋੜ ਰੁਪਈਆ ਕਿਹੜਾ ਥੋੜਾ ਹੁੰਦਾ, ਬੰਦਾ ਤੇ 10,000 ਕਿਤੇ ਲਿਆਓ ਤੇ ਉਹਦਾ ਵੀ ਹਿਸਾਬ ਕਿਤਾਬ ਲਾਉਂਦਾ ਰਹਿੰਦਾ ਵੀ ਯਾਰ ਇਹਦੇ ਕੋਈ 5-7 ਨਾਲ ਜੁੜ ਜਾਣ ਤੇ ਫੇਰ ਹੀ ਮੋੜਦੇ ਆ, ਕੀ ਫਰਕ ਪੈਂਦਾ। ਹੁਣ ਜੇ ਤੇ ਉਹੋ ਜਿਹੀ ਕੋਈ ਉੱਤੋਂ ਵਿਆਜ ਖਾਣ ਵਾਲੀ ਆਦਤ ਪਈ ਹੈ ਕਿਸੇ ਨੂੰ, ਉਹਦਾ ਕਰਕੇ ਨੂੰ ਕੋਈ ਦਿੰਦਾ ਫੇਰ ਤੇ ਗੱਲ ਆ ਮਾੜੀ। ਬਾਕੀ ਜੇ ਕੋਈ ਹੋਰ ਝੋਲਿਆ ਤੇ ਮੇਰੇ ਖਿਆਲ ਨਾਲ ਸਰਕਾਰ ਕੱਢ ਦੇ, ਕਿਉਂਕਿ ਹੁਣ ਤੇ ਟਾਈਮ ਉਹ ਆ ਗਿਆ ਵੀ ਜੇ ਹੁਣ ਵੀ ਨਾ ਕੁਝ ਕੀਤਾ ਤੇ ਫਿਰ ਬਾਅਦ ਚ ਕਹਿਣਗੇ ਲੋਕੀ ਵੀ ਆਹ ਕੀ ਕੀਤਾ। ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ, ਚੰਗਾ ਹੋਇਆ ਤੁਸੀਂ ਨੁਕਤਾ ਚੁੱਕਿਆ, ਵਿਆਜ ਵਾਲੀ ਗੱਲ ਵੀ ਕੀਤੀ ਕਿ ਉੱਪਰਲੇ ਪਾਸਿਓਂ ਵਿਆਜ ਕੋਈ ਖਾਂਦਾ, ਹੱਕ ਕਿਸਾਨਾਂ ਦਾ ਬਣਦਾ। ਕਿਸਾਨਾਂ ਦੇ ਕੋਲ ਕੁਛ ਹੋਊਗਾ ਤੇ ਉਹ ਕਿਰਤੀ ਮਜ਼ਦੂਰਾਂ ਨੂੰ ਦੇਣਗੇ। ਹੁਣ ਤੁਸੀਂ ਦੇਖੋ ਕਿ ਜੇ ਸਰਕਾਰ ਕਵੇ ਨਹੀਂ ਜੀ ਤੁਹਾਡੇ ਪੈਸੇ ਦਵਾ ਦਿੰਨੇ ਆ, ਕੋਈ ਗੱਲ ਨਹੀਂ ਦਵਾ ਤੇ ਸਮਝੋ 15 ਦਿਨਾਂ 'ਚ ਮਿਲ ਗਏ, ਜੇ ਤਾਂ ਬਿਨਾਂ ਵਿਆਜ ਤੋਂ ਦਵਾਉਣੇ ਆ। ਕਿਉਂਕਿ ਜਿੱਦਣ ਖੰਡ ਦਾ ਭਾਅ ਘਟਿਆ ਸੀ, ਮਿੱਲਾਂ ਵਾਲੇ ਕਹਿੰਦੇ ਸੀ ਜਿੰਦਰਾ ਮਾਰ ਜਾਣਾ, ਉਦੋਂ ਪੰਜਾਬ ਦੀ ਸਰਕਾਰ ਨੇ 15, 20, 25 ਰੁਪਏ ਪ੍ਰਤੀ ਕੁਇੰਟਲ ਕੋਲੋਂ ਵੀ ਦਿੱਤੇ ਸੀ ਕਿ ਭਾਈ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਘਾਟਾ ਪੈਣ ਦਿੰਦੇ ਮਿੱਲ ਵਾਲਿਓ। ਅੱਜ ਖੰਡ ਦਾ ਭਾਅ ਬਹੁਤ ਹੈ, ਸੀਰੇ ਦਾ ਭਾਅ ਬਹੁਤ ਹੈ। ਤੁਸੀਂ ਦੇਖੋ ਕਿ ਜੇ ਹਰਿਆਣੇ 'ਚ 350 ਰੁਪਏ ਕੁਇੰਟਲ ਗੰਨਾ ਸੀ, ਉਹਨਾਂ ਨੇ 8 ਰੁਪਏ ਹੋਰ ਵਧਾ ਦਿੱਤਾ। ਪੰਜਾਬ ਦੇ ਵਿੱਚ 11 ਸਾਲ ਪਹਿਲਾਂ 2010 'ਚ 285 ਰੁਪਏ ਕੁਇੰਟਲ ਸੀ ਤੇ ਅੱਜ ਕਿੰਨਾ 310। 11 ਸਾਲਾਂ 'ਚ ਸਿਰਫ 25 ਰੁਪਏ ਭਾਅ ਵਧਿਆ। ਜਾਣੀ ਕਿ ਜੇ ਤੁਸੀਂ ਇਧਰਲੇ ਪਾਸੇ ਰਾਜਪੁਰਿਓਂ ਗਾਂਹ ਜਾ ਕੇ ਬਾਰਡਰ ਪਾਰ ਕਰ ਜਾਓ, ਹਰਿਆਣੇ ਪਹੁੰਚ ਜਾਓ, ਇਧਰਲੇ ਪਾਸੇ ਪੰਜਾਬ ਦੇ ਪਿੰਡ ਜਿਹੜਾ ਗੰਨਾ ਉਹ 310 ਰੁਪਏ ਨੂੰ ਕੁਇੰਟਲ, ਨਾਲ ਦੇ ਪਿੰਡ ਹਰਿਆਣੇ 'ਚ 358 ਰੁਪਏ ਨੂੰ ਕੁਇੰਟਲ। ਪੰਜਾਬ ਦੇ ਗੰਨੇ 'ਚ ਮਿਠਾਸ ਘੱਟ ਆ, ਇਹਦੀ ਖੰਡ ਨਹੀਂ ਬਣਦੀ, ਇਹਦਾ ਗੁੜ ਨਹੀਂ ਬਣਦਾ, ਇਹਦਾ ਸ਼ੱਕਰ ਨਹੀਂ ਬਣਦੀ, ਜਾਂ ਕੀ ਨਹੀਂ ਬਣਦਾ। ਜਾਣੀ ਕਿ ਦੋਨਾਂ ਸੂਬਿਆਂ 'ਚ ਫਰਕ ਦੇਖ ਲਓ। ਤੇ ਡੀਜ਼ਲ ਦਾ ਭਾਅ ਕਿੱਥੇ ਹੈ, ਸਾਰਾ ਕੁਝ ਕਿੱਥੇ ਗਿਆ। ਜੇ ਤਾਂ ਸਰਕਾਰ ਇਹ ਐਲਾਨ ਕਰੂਗੀ ਕਿ ਭਾਈ ਇੰਨੇ ਦਿਨਾਂ 'ਚ ਪੈਸੇ ਵਿਦ ਇੰਟਰਸਟ, ਫੇਰ ਤਾਂ ਇਮਾਨਦਾਰੀ ਹੈ। ਜੇ ਇਕੱਲੇ ਪੈਸੇ ਦਵਾਉਣੇ ਆ ਫਿਰ ਠੀਕ ਹੈ ਭਾਈ, ਆਹੀ ਤੇ ਰੌਲਾ। ਪਰ ਹੁਣ ਗੱਲ ਇਹ ਆ ਵੀ ਇਮਾਨਦਾਰੀ ਦੇ ਨਾਲ ਲੱਗੇ ਆ ਮਨਜੀਤ ਸਿੰਘ ਜੀਕੇ ਹੋਰੀ ਵੀ ਜੀ। ਉਹ ਕਹਿੰਦੇ ਇਦਾਂ ਕਿਦਾਂ, ਵੋਟਾਂ ਭਾਵੇਂ ਇਸੇ ਮਹੀਨੇ ਹੀ ਆ, ਉਹ ਕਹਿੰਦੇ ਨਾ ਜੀ ਨਾ, ਆਪਾਂ ਤਾਂ ਸਿੱਧੇ ਅਦਾਲਤ ਜਾਣਾ। ਕਹਿੰਦੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ, ਇਹ ਕਹਿੰਦੇ ਵੀ ਸਿਆਸੀ ਪਾਰਟੀਆਂ ਪ੍ਰਧਾਨ ਸੇਮ ਹੈ, ਹੁਣ ਕਹਿੰਦੇ ਵੀ ਧਾਰਮਿਕ ਚੋਣਾਂ ਵੀ ਲੜਨੀਆਂ, ਇਹ ਤਾਂ ਹੋਣਾ ਨਹੀਂ। ਇਸ ਕਰਕੇ ਇਹ ਜਿਹੜਾ ਪੇਚ ਹੈ ਅਦਾਲਤ ਦੇ ਵਿੱਚ ਹੋਊਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਵੋਟਾਂ 'ਚ ਹਿੱਸਾ ਲੈਣ ਤੋਂ ਜਾਂ ਚੋਣਾਂ ਲੜਨ ਤੋਂ ਰੋਕਣਾ। ਕਲੀਅਰ ਕੱਟ ਪੇਚ ਆ। ਉਹ ਕਹਿੰਦੇ ਦੇਖੋ ਇਦਾਂ ਕਿਦਾਂ, ਸੇਵਾ ਅਸੀਂ ਕਰਨੀ, ਤੁਸੀਂ ਕਿਦਾਂ ਕਰਨੀ। ਕੋਸ਼ਿਸ਼ ਸਰਨਾ ਭਰਾਵਾਂ ਨੇ ਵੀ ਕੀਤੀ, ਹੁਣ ਜੀਕੇ ਸਾਹਿਬ ਵੀ ਕਰ ਰਹੇ ਆ। ਅਕਾਲੀ ਦਲ ਦੇ ਵਕੀਲ ਉੱਥੇ ਜਾ ਕੇ ਦਲੀਲਾਂ ਕੀ ਦਿੰਦੇ ਆ, ਦਸਤਾਵੇਜ਼ ਦੋਨੇ ਤਰ੍ਹਾਂ ਕੀ ਪੇਸ਼ ਕਰਦੀਆਂ, ਉਹਦੇ ਤੇ ਨਿਰਭਰ ਕਰੂਗਾ। ਪਰ ਚੋਣ ਪਹਿਲਾਂ ਵੀ ਅੱਗੇ ਪੈ ਗਈ ਸੀ, ਐਤਕੀ ਹੁੰਦੀਆਂ ਨੇ ਵੋਟਾਂ ਜਾਂ ਨਹੀਂ ਹੁੰਦੀਆਂ। ਪਰ ਸੰਗਤ ਆਪਣੇ ਆਪ 'ਚ ਹੈਰਾਨ ਬਹੁਤ ਹੈ ਜਿੰਨੇ ਦੋਸ਼ ਲੱਗੇ ਆ, ਜਾਂ ਦੋ ਸੰਵਿਧਾਨਾਂ ਦਾ ਜਿਹੜਾ ਮਸਲਾ, ਮੈਨੂੰ ਲੱਗਦਾ ਕਿ ਨੇਪਰੇ ਚਾੜ ਦੇਣ, ਇੱਕ ਵਾਰੀ ਫਸਤਾ ਵੜ ਦੇਣ ਕਿ ਭਾਈ ਉਹ ਠੀਕ ਨੇ ਜਾਂ ਗਲਤ ਨੇ। ਹਰ ਵਾਰੀ ਪਟੀਸ਼ਨਾਂ ਪੈਂਦੀਆਂ, ਹਰ ਵਾਰੀ ਕ੍ਰੀਏਟਿਵ ਕੰਮ ਕਰਨ ਦੀ ਥਾਂ ਦੇ ਉੱਤੇ ਕੰਮ ਇਧਰਲੇ ਪਾਸੇ ਨੂੰ ਲੱਗਦਾ। ਮਾੜਾ ਜਿਹਾ ਮਸਲਾ ਹੱਲ ਜਿਹੜਾ ਉਹ ਹੋ ਜਵੇ ਤਾਂ ਚੰਗਾ। ਤੇ ਮੈਂ ਕੋਈ ਸਕੀਮ ਹੈਗੀ ਇੱਕ, ਦੱਸੋ। ਸਕੀਮ ਇਹ ਹੈ ਵੀ ਉਹਨਾਂ ਨੂੰ ਸਿਰਫ ਕਾਗਜ਼ਾਂ 'ਚ ਚਾਹੀਦਾ ਨਾ ਵੀ ਹਾਂਜੀ ਭਾਈ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਉਹੀ ਪਾਰਟੀ, ਉਹੀ ਪ੍ਰਧਾਨ ਨੇ। ਅਗਲਾ ਕਹਿੰਦਾ ਨਹੀਂ ਜੀ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ, ਇਹ ਕੋਈ ਧਾਰਮਿਕ ਦਲ ਹੈ, ਇਹਦੇ ਪ੍ਰਧਾਨ ਕੋਈ ABC ਕੋਈ ਮਰਜ਼ੀ ਬਣਾ ਲੈਣ, ਥੋੜੇ ਪ੍ਰਧਾਨ ਕਿਤੇ ਅਕਾਲੀ ਦਲ ਕੋਲੋਂ। ਮਤਲਬ ਅੱਗੇ ਵੀ ਤੇ ਬਹੁਤ ਸਾਰਾ ਕੁਝ ਉਹ ਕਹਿੰਦੇ ਹੁੰਦੇ ਨੇ ਵੀ ਸਾਡੀਆਂ, ਕਹਿਣਾ ਇਹੀ ਆ ਵੀ ਉਹ ਜਿਹੜੀ ਵੀ ਪਾਰਟੀ ਇਲੈਕਸ਼ਨ ਲੜੇ ਉਹ ਬਸ 5 ਬੰਦੇ ਇਕੱਠੇ ਹੋ ਕੇ ਕਹਿਣ ਸਾਰੀਆਂ ਤਾਕਤਾਂ ਅਸੀਂ ਫਿਰ ਉਧਰ ਮਾਲਵੇ ਵਾਲੇ ਸਰਦਾਰਾਂ ਨੂੰ ਦਿੱਤੀਆਂ, ਉੱਦਾਂ ਸਾਡੀ ਪਾਰਟੀ ਵੱਖਰੀ ਹੈ। ਨਹੀਂ
ਮਸਲਾ ਹੋ ਸਕਦਾ ਕਿਉਂਕਿ ਤੁਹਾਡੀ ਸੁਣਦੇ ਆ ਸਾਰੇ, ਹੋ ਸਕਦਾ ਤੁਹਾਡੀ ਸਕੀਮ ਦੇ ਨਾਲ ਮਸਲਾ ਹੱਲ ਹੋਇਆ, ਤੁਸੀਂ ਮੈਂ ਕਦੀ ਸਲਾਹ ਦਿੱਤੀ? ਤੁਹਾਨੂੰ ਪਤਾ ਕਿ ਤੁਹਾਡੀ ਸੁਣੀ ਜਾਣੀ ਆ, ਤੁਹਾਡੀ ਮੰਨੀ ਜਾਣੀ ਆ, ਥੋੜਾ ਜਿਹਾ ਅਫਗਾਨਿਸਤਾਨ ਹੋ ਆਈਏ। ਬੋਲਣਾ ਨਹੀਂ ਕੁਝ ਵੀ ਯਾਰ, ਹੁਣ ਤੁਸੀਂ ਇਹ ਵੀ ਕਹੋ ਕਿ ਜੋ ਬਾਈਡਨ ਨੂੰ ਮੈਂ ਵੀ ਸਲਾਹ ਦਿੱਤੀ। ਨਹੀਂ ਉਹਨਾਂ ਨੂੰ ਨਹੀਂ ਤੁਸੀਂ ਦਿੰਦੇ, ਟਰੰਪ ਸਾਹਿਬ ਨੂੰ ਦਿੰਦੇ। ਹੁਣ ਤੁਸੀਂ ਦੇਖੋ ਅਫਗਾਨਿਸਤਾਨ 'ਚ ਹੋਇਆ ਕੀ, ਇੱਕ ਤਾਂ ਭਾਰਤੀ 에ਅਰ ਫੋਰਸ ਵਾਲੇ ਜਿਹੜੇ ਆ ਉਹਨਾਂ ਨੇ ਆਪਣੇ 150 ਬੰਦੇ ਵਾਪਸ ਕੱਢ ਕੇ ਲਿਆਂਦੇ ਆ, ਸਾਡੇ ਰਾਜਦੂਤ ਵੀ ਲੈ ਆਂਦੇ ਆ, ਅੰਬੈਸੀ ਦੇ ਕਰਮਚਾਰੀ, ਤੇ ਜਿਹੜੇ ਉੱਥੇ ਸਾਡੇ ਸੁਰੱਖਿਆ ਕਰਮਚਾਰੀ ਅੰਬੈਸੀ ਦੀ ਸੁਰੱਖਿਆ ਲਈ ਲੱਗੇ ਸੀ ਉਹਨਾਂ ਨੂੰ ਵੀ ਲੈ ਆਂਦਾ। ਦੂਸਰਾ, ਅਮਰੀਕਾ ਦੀ 에ਅਰ ਫੋਰਸ ਵਾਲਿਆਂ ਨੇ 600 ਤੋਂ ਵੱਧ ਉੱਥੋਂ ਦੇ ਜਿਹੜੇ ਸਧਾਰਨ ਅਫਗਾਨੀ ਨੇ ਉਹਨਾਂ ਨੂੰ ਉਸ ਜਹਾਜ਼ ਦੇ ਵਿੱਚ ਲੈ ਆਂਦਾ ਜਿੱਥੇ 100-150 ਬੰਦਾ ਹੀ ਬਹਿ ਸਕਦਾ ਸੀ। ਪਰ ਸਭ ਤੋਂ ਵੱਡੀ ਗੱਲ, ਵੱਖ-ਵੱਖ ਦੇਸ਼ਾਂ ਦੇ ਲੋਕ ਤਾਂ ਨਿਕਲੇ ਹੋਣਗੇ, 280 ਹਿੰਦੂ ਤੇ ਸਿੱਖ ਕਾਬੁਲ ਦੇ ਗੁਰੂ ਘਰ 'ਚ ਸ਼ਰਨ ਲੈ ਕੇ ਬੈਠੇ, ਉਮੀਦ ਕਰਦੇ ਆ ਕਿ ਛੇਤੀ ਵਾਪਸ ਆਉਣਗੇ। ਤਾਲਿਬਾਨ ਦੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਐਲਾਨ ਕਰਤਾ, ਉਹ ਕਹਿੰਦੇ ਜੀ ਪਹਿਲੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਆਪਣੀਆਂ ਰਵਾਇਤਾਂ ਨੇ, ਔਰਤਾਂ ਉਹਦੇ ਮੁਤਾਬਕ ਚੱਲਣਗੀਆਂ, ਅਸੀਂ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਉਹਨਾਂ ਨੂੰ ਕੰਮ ਕਰਨ ਦੇਵਾਂਗੇ। ਦੂਸਰਾ, ਉਹਨਾਂ ਨੇ ਕਹਿਤਾ ਕਿ ਲੋਕ ਸਾਡੇ ਦੇਸ਼ 'ਚ ਇਨਵੈਸਟ ਕਰਨ। ਤੀਜਾ, ਉਹਨਾਂ ਨੇ ਕਹਿਤਾ ਕਿ ਅੰਬੈਸੀਆਂ ਸੁਰੱਖਿਅਤ ਹੋਣਗੀਆਂ। ਚੌਥਾ, ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਅਸੀਂ ਕਿਸੇ ਦੇ ਕੰਮ 'ਚ ਦਖਲ ਨਹੀਂ ਦਿੰਦੇ, ਨਾ ਅਸੀਂ ਆਪਣੇ ਦੇਸ਼ ਦੀ ਧਰਤੀ ਕਿਸੇ ਹੋਰ ਦੇਸ਼ ਦੇ ਖਿਲਾਫ ਵਰਤਣ ਦੇਵਾਂਗੇ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਮੁਤਾਬਕ ਕੰਮ ਕਰਨ ਦਿਓ। ਮੀਡੀਆ ਵੀ ਆਵੇ, ਪਰ ਮੀਡੀਆ ਦੋਨੇ ਪੱਖ ਦਿਖਾਵੇ। ਜਦੋਂ ਇੱਕ ਪੱਖ ਦਿਖਾਉਂਦਾ ਫਿਰ ਔਖਾ ਹੁੰਦਾ। ਜੇ ਤਾਂ ਤਾਲਿਬਾਨ ਦੇ ਸਪੋਕਸ ਪਰਸਨ ਨੇ ਜੋ ਕੁਝ ਕਿਹਾ ਕਿ ਭਾਈ ਅਸੀਂ ਆ ਵੀ ਕਰਨਾ, ਉਹਨਾਂ ਨੇ ਇਹ ਵੀ ਕਹਿਤਾ ਕਿ ਦੇਸ਼ ਦੇ ਜਿਹੜੇ ਨੌਜਵਾਨ ਨੇ ਸਾਡੇ ਦੇਸ਼ 'ਚ ਰਹਿਣ, ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਉਣ। ਸਾਨੂੰ ਕਹਿੰਦੇ ਕਿਸੇ ਤੋਂ ਕੋਈ ਹੈ ਨਹੀਂ, ਅਸੀਂ ਚੰਗੇ ਤਰੀਕੇ ਦੇ ਨਾਲ ਰਾਜ ਚਲਾਉਣਾ ਚਾਹੁੰਦੇ ਹਾਂ। ਜੇ ਤਾਂ ਕਹਿਣੀ ਤੇ ਕਰਨੀ ਦੇ ਇੱਕ ਨਿਕਲਣ, ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਦੇਣ, ਐਜੂਕੇਸ਼ਨਲ ਇੰਸਟੀਟਿਊਸ਼ਨ ਡਿਵੈਲਪ ਕਰਨ, ਕਿਸੇ ਨੂੰ ਕੀ ਇਤਰਾਜ਼ ਆ? ਪਰ ਜੇ ਲੋਕਾਂ ਨੂੰ ਦਿਖਾਉਣ ਲਈ ਕੁਝ ਹੋਰ ਹੋਇਆ ਤੇ ਇੰਪਲੀਮੈਂਟ ਕਰਨ ਦੇ ਲਈ ਕੁਝ ਹੋਰ ਹੋਇਆ, ਫਿਰ ਔਖਾ ਹੋ ਜਾਊਗਾ। ਨਹੀਂ ਇਹ ਤਾਂ ਹੈਗੀ ਆ, ਪਰ ਇੱਕ ਆਪਾਂ ਬੰਦੇ ਦੀ ਮੇਰੇ ਖਿਆਲ ਨਾਲ ਜ਼ਰੂਰ ਸਿਫਤ ਕਰ ਜੀਏ ਜੀ। ਉਹ ਯੂਕੇ ਵਾਲਾ ਰਾਜਦੂਤ ਆ। ਅਜੇ 2 ਮਹੀਨੇ ਪਹਿਲਾਂ ਉਹ ਉੱਥੇ ਗਿਆ, ਉਹਦੀ ਉੱਥੇ ਪੋਸਟਿੰਗ ਸੀਗੀ, ਤੇ ਉਹਨੂੰ ਯੂਕੇ ਵਾਲੀ ਸਰਕਾਰ ਕਹਿੰਦੀ ਵੀ ਆ ਜਾ। ਉਹ ਕਹਿੰਦਾ ਨਾ, ਜਦ ਤੱਕ ਮੇਰੇ ਦੇਸ਼ ਦਾ ਇੱਕ ਵੀ ਨਾਗਰਿਕ ਇੱਥੇ ਹੈਗਾ ਉਨੀ ਦੇਰ ਤੱਕ ਮੈਂ ਨਹੀਂ ਮੁੜਨਾ। ਜ਼ਿੰਮੇਵਾਰੀ ਤਾਂ ਇਹੀ ਹੁੰਦੀ ਹੈ, ਇਹ ਹੁੰਦੀ ਹੈ ਜ਼ਿੰਮੇਵਾਰੀ ਮੇਰੇ ਖਿਆਲ ਨਾਲ। ਪਰ ਜੇ ਇਦਾਂ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਦੇ ਸਾਰੇ ਦੇਸ਼ਾਂ 'ਚ ਹੋਣ ਜਾਂ ਲੀਡਰ ਇਹੋ ਜਿਹੇ ਹੋਣ, ਤੇ ਫਿਰ ਤੇ ਲੋਕ ਆਪੇ ਹੀ ਸੌਖੇ ਆ। ਤੇ ਜੇ ਉਹ ਜਿੱਦਾਂ ਅਸ਼ਰਫ ਗਨੀ ਸਾਹਿਬ ਵਾਂਗੂ ਟਾਈਮ ਨਾਲ ਜਹਾਜ਼ ਲੱਦ ਕੇ ਪੈਸਿਆਂ ਦਾ ਵੀ ਮੈਂ ਚੱਲਿਆ ਮਿੱਤਰੋ ਤੁਸੀਂ ਸਾਂਭ ਲਿਓ। ਹੁਣ ਫਿਰ ਹੁਣ ਕੋਈ ਉਤਰਨ ਨਹੀਂ ਦਿੰਦਾ, ਹੁਣ ਪਤਾ ਨਹੀਂ ਕਿੱਥੇ ਵੜਿਆ ਬੈਠਾ ਬੰਦਾ। ਇਹ ਰੌਕਾ। ਚਲਿਏ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।